ਸੋ ਵੈਲਕਮ ਟੂ ਦਾ ਚੈਨਲ। ਆਪਾਂ ਪ੍ਰੀਵੀਅਸ ਵੀਡੀਓ ਦੇ ਵਿੱਚ ਜੋ ਅਹਿਮਦ ਸ਼ਾਹ ਅਬਦਾਲੀ ਦਾ 5ਵਾਂ ਹਮਲਾ ਸੀਗਾ ਉਹਦੇ ਬਾਰੇ ਆਪਾਂ ਡਿਟੇਲ ਵਿੱਚ ਗੱਲ ਕੀਤੀ ਸੀਗੀ। ਹੁਣ ਆਪਾਂ ਅਬਦਾਲੀ ਦਾ ਜੋ 6ਵਾਂ ਹਮਲਾ ਹੈ ਉਸ ਬਾਰੇ ਵੀ ਆਪਾਂ ਡਿਟੇਲ ਵਿੱਚ ਗੱਲ ਕਰਾਂਗੇ, ਠੀਕ ਹੈ। ਜੋ ਕਿ ਅਬਦਾਲੀ ਦਾ 6ਵਾਂ ਹਮਲਾ ਸੀਗਾ 1761 ਤੋਂ 1762। ਬਾਕੀ ਜੋ ਉਹਦੇ 5 ਹਮਲੇ ਸੀਗੇ ਉਹ ਮੇਰੀ ਪ੍ਰੀਵੀਅਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਵਿੱਚ ਗੱਲ ਕਰ ਚੁੱਕੇ ਹਾਂ। ਤੁਸੀਂ ਚਾਹੋ ਤਾਂ ਉਹ ਵੀਡੀਓ ਦੇਖ ਸਕਦੇ ਹੋ, ਠੀਕ ਹੈ। ਜ਼ਰੂਰ ਦੇਖੋ, ਫਿਰ ਹੀ ਤੁਹਾਨੂੰ ਇਹ ਵਾਲਾ ਜੋ ਨੈਕਸਟ ਲੈਕਚਰ ਹੈ ਸਮਝ ਆਏਗਾ, ਠੀਕ ਹੈ। ਸੋ ਜਦੋਂ ਅਬਦਾਲੀ 5ਵਾਂ ਹਮਲਾ ਕਰਦਾ ਹੈ ਤਾਂ ਉਦੋਂ ਪਾਣੀਪਤ ਦੀ ਲੜਾਈ ਹੁੰਦੀ ਹੈ। ਉਸ ਤੋਂ ਬਾਅਦ ਉਹ ਅਬਦਾਲੀ ਜੋ ਹੈ ਅਫਗਾਨਿਸਤਾਨ ਚਲਾ ਜਾਂਦਾ ਹੈ। ਬਾਅਦ ਵਿੱਚ ਜੋ ਸਿੱਖਾਂ ਦੀਆਂ ਸਰਗਰਮੀਆਂ ਨੇ, ਯਾਨੀ ਕਿ ਉਹਨਾਂ ਦੀ ਜੋ ਗਤੀਸ਼ੀਲਤਾ ਹੈ, ਉਹਨਾਂ ਦੀ ਗਤੀਵਿਧੀਆਂ ਤੇਜ਼ ਹੋ ਜਾਂਦੀਆਂ ਨੇ। ਸਿੱਖਾਂ ਵੱਲੋਂ ਨਵੀਆਂ ਕਿਲਿਆਂ ਦੀ ਉਸਾਰੀ ਅਤੇ ਕਲਾਨੌਰ, ਬਟਾਲਾ, ਹਰੀਗੋਬਿੰਦਪੁਰ, ਅੰਮ੍ਰਿਤਸਰ ਅਤੇ ਲਾਹੌਰ ਆਦਿ ਖੇਤਰਾਂ ਦੇ ਵਿੱਚੋਂ ਕਬਜ਼ਾ ਕਰਨਾ ਸ਼ੁਰੂ ਕਰ ਲੈਂਦੇ ਨੇ। ਮਤਲਬ ਆਪਣੇ ਕਿਲੇ ਬਣਾ ਲੈਂਦੇ ਨੇ ਤਾਂ ਕਿ ਉਹ ਜਦੋਂ ਵੀ ਔਖਾ ਸਮਾਂ ਆਵੇ ਅਤੇ ਮੁਸੀਬਤ ਦੇ ਸਮੇਂ ਉਹ ਦੁਸ਼ਮਣਾਂ ਦੇ ਉੱਤੇ ਅਟੈਕ ਕਰਨ ਸਕਣ, ਉਹਨਾਂ 'ਤੇ ਆਕਰਮਣ ਕਰ ਸਕਣ। ਉਹ ਜਗ੍ਹਾ ਜਗ੍ਹਾ 'ਤੇ ਆਪਣੀ ਇੱਕ ਬੰਕਰ, ਜੇ ਮਤਲਬ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਬੰਕਰ, ਉਹ ਬਣਾ ਦਿੰਦੇ ਸੀਗੇ ਉਸ ਟਾਈਮ 'ਤੇ ਸਿੱਖ ਸੈਨਾ ਜੋ ਸੀ। ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਪੰਜਾਬ ਦੇ ਸੂਬੇਦਾਰ ਖਵਾਜਾ ਉਬੇਦ ਖਾਨ ਨੂੰ ਹਰਾ ਕੇ ਮੁੜ ਲਾਹੌਰ ਉੱਤੇ ਕਬਜ਼ਾ, ਜਿਸ ਦੇ ਪਰਿਣਾਮ ਸਰੂਪ ਜੱਸਾ ਸਿੰਘ ਨੂੰ ਸਿੱਖ ਕੌਮ ਵੱਲੋਂ ਸੁਲਤਾਨ ਉਲ ਕੌਮ ਦੀ ਉਪਾਧੀ ਦਿੱਤੀ ਗਈ, ਠੀਕ ਹੈ। ਇਹ ਕਿ ਜਦੋਂ ਅਬਦਾਲੀ 1761 ਈਸਵੀ ਦੇ ਵਿੱਚ ਵਿਸ਼ਾਲ ਸੈਨਾ ਨਾਲ ਕਾਬਲ 'ਤੇ ਪੰਜਾਬ ਪਹੁੰਚਿਆ, ਹੋਇਆ ਕਿ ਜਿਹੜਾ ਇਹ ਖਵਾਜਾ ਉਬੇਦ ਖਾਨ ਸੀਗਾ, ਇਹ ਲਾਹੌਰ ਦਾ ਕਹਿ ਲਓ ਜਥੇਦਾਰ ਸੀਗਾ ਇੱਕ ਤਰ੍ਹਾਂ ਦਾ। ਉਸ ਦੇ ਨਾਲ ਜੱਸਾ ਸਿੰਘ ਆਹਲੂਵਾਲੀਆ ਦੀ ਇੱਕ ਲੜਾਈ ਹੋ ਜਾਂਦੀ ਹੈ, ਜਿਸ ਵਿੱਚ ਖਵਾਜਾ ਉਬੇਦ ਖਾਨ ਨੂੰ ਜੱਸਾ ਸਿੰਘ ਆਹਲੂਵਾਲੀਆ ਹਰਾ ਦਿੰਦੇ ਨੇ ਲੜਾਈ ਦੇ ਵਿੱਚ, ਠੀਕ ਹੈ। ਜਿਸ ਵਜੋਂ ਉਸਨੂੰ ਇਹ ਉਪਾਧੀ ਦਿੱਤੀ ਜਾਂਦੀ ਹੈ। ਜਦੋਂ ਅਬਦਾਲੀ ਦੇ ਕੋਲ ਇਹ ਸਮਾਚਾਰ ਪਹੁੰਚਦਾ ਹੈ, ਉਹ ਆਪਣੀ ਵਿਸ਼ਾਲ ਸੈਨਾ ਲੈ ਕੇ ਕਾਬਲ 'ਤੇ ਉਹ ਪੰਜਾਬ ਪਹੁੰਚ ਜਾਂਦਾ ਹੈ, ਠੀਕ ਹੈ। ਜਦੋਂ ਲਾਹੌਰ 'ਤੇ ਦੇਖਦਾ ਹੈ ਕਿ ਉਹਨੂੰ ਪਤਾ ਚੱਲਦਾ ਹੈ ਕਿ ਜਿਹੜੀ ਸਿੱਖ ਸੈਨਾ ਵਾ ਉਹ ਲੁਕ ਗਏ ਹੋਏ ਨੇ, ਛੁਪੇ ਹੋਏ ਨੇ ਜੰਗਲਾਂ ਦੇ ਵਿੱਚ, ਜਿੱਦਾਂ ਕਿ ਉਹ ਗੁਰੀਲਾ ਯੁੱਧ ਪ੍ਰਣਾਲੀ ਦਾ ਪ੍ਰਯੋਗ ਕਰਦੇ ਸੀਗੇ, ਜੰਗਲਾਂ ਦੇ ਵਿੱਚ ਲੁਕਦੇ ਸੀਗੇ, ਠੀਕ ਹੈ। ਲੁੱਟ ਮਾਰ ਕਰਕੇ ਆਪਣਾ ਨਿਰਵਾਹ ਕਰਦੇ ਸੀਗੇ। ਉਸੇ ਤਰ੍ਹਾਂ ਉਹ ਕੀ ਕਰਦੇ ਨੇ, ਜੰਗਲਾਂ ਦੇ ਵਿੱਚ ਲੁਕੇ ਹੁੰਦੇ ਨੇ, ਠੀਕ ਹੈ। 5 ਫਰਵਰੀ 1762 ਈਸਵੀ ਨੂੰ ਪੰਜਾਬ ਦੇ ਪਿੰਡ ਕੂਪ ਵਿੱਚ ਇਕੱਠੇ ਹੋਏ ਸਿੱਖਾਂ 'ਤੇ ਅਚਾਨਕ ਹਮਲੇ ਵਿੱਚ 25,000 ਤੋਂ 30,000 ਸਿੱਖ ਸ਼ਹੀਦ ਹੋ ਜਾਂਦੇ ਨੇ। ਇਹ ਸੀਗਾ ਸਾਡਾ ਵੱਡਾ ਕੁੱਲੂ ਘੇਰਾ, ਜਿਹਨੂੰ ਆਪਾਂ ਕੁੱਲੂ ਘੇਰਾ ਦੇ ਨਾਲ ਜਾਣਿਆ ਜਾਂਦਾ ਹੈ। ਇਸ ਵਿੱਚ ਬਹੁਤ ਤਾਦਾਦ ਦੇ ਵਿੱਚ ਜਿਹੜੇ ਸਿੱਖ ਸੈਨਾਵਾਂ ਉਹਨਾਂ ਦਾ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕਤਲੇਆਮ ਕੀਤਾ ਜਾਂਦਾ ਵਾ, ਠੀਕ ਹੈ। ਹੁਣ ਆਪਾਂ ਗੱਲ ਗੌਰ ਕਰਨ ਵਾਲੀ ਇਹ ਵਾ ਕਿ ਜਿਹੜੀ ਗੁਰੀਲਾ ਯੁੱਧ ਪ੍ਰਣਾਲੀ ਦੇ ਨਾਲ ਉਹ ਬੜੇ ਹੀ ਸਾਹਸ ਨਾਲ, ਬਹਾਦਰੀ ਦੇ ਨਾਲ ਉਹ ਇਹਨਾਂ ਦਾ ਸਾਹਮਣਾ ਕਰਦੇ ਸੀਗੇ। ਉਹ ਅੱਜ ਇਸ ਕੁੱਲੂ ਘਾਰੇ ਦੇ ਵਿੱਚ, ਇਸ ਲੜਾਈ ਦੇ ਵਿੱਚ ਕਿਵੇਂ ਹਾਰ ਜਾਂਦੇ ਆ, ਠੀਕ ਹੈ। ਜਦੋਂ ਅਬਦਾਲੀ ਜੋ ਹੈ ਉਹਨਾਂ 'ਤੇ ਅਚਾਨਕ ਹੀ ਹਮਲਾ ਕਰ ਦਿੰਦਾ ਹੈ, ਠੀਕ ਹੈ, ਪਿੰਡ ਦੇ ਕੂਪ ਵਿੱਚ, ਠੀਕ ਹੈ। ਅਤੇ ਜਿਹੜੇ ਉਸ ਸਮੇਂ ਜਿਹੜੇ ਸਿੱਖ ਸੈਨਾ ਛੁਪੀ ਹੁੰਦੀ ਹੈ ਪਿੰਡ ਕੂਪ ਦੇ ਵਿੱਚ, ਠੀਕ ਹੈ, ਉਹਨਾਂ ਕੋਲ ਉਸ ਸਮੇਂ ਹਥਿਆਰ ਨਹੀਂ ਹੁੰਦੇ, ਨਾ ਹੀ ਉਹਨਾਂ ਕੋਲ ਗੋਲਾ ਬਾਰੂਦ ਹੁੰਦਾ ਹੈ, ਨਾ ਹੀ ਉਹਨਾਂ ਕੋਲ ਖਾद्य ਸਮੱਗਰੀ ਹੁੰਦੀ ਹੈ, ਠੀਕ ਹੈ। ਉਹ ਕਿੱਥੇ ਉਹਨਾਂ ਨੇ ਲਗਾਏ ਹੁੰਦੇ, ਉਹ 4 ਮੀਲ ਦੂਰ ਗਰਮਾ ਨਾਮ ਦਾ ਪਿੰਡ ਹੁੰਦਾ ਹੈ। ਉੱਥੇ ਜਾ ਕੇ ਇਹਨਾਂ ਨੇ ਸਭ ਕੁਝ ਆਪਣਾ ਛੁਪਾਇਆ ਹੁੰਦਾ ਹੈ। ਉੱਥੇ ਹੀ ਅਹਿਮਦ ਸ਼ਾਹ ਅਬਦਾਲੀ ਉਹਨਾਂ ਦੇ ਉੱਪਰ ਅਚਾਨਕ ਹਮਲਾ ਕਰ ਦਿੰਦਾ ਹੈ, ਜਿਸ ਕਰਕੇ ਇੰਨੀ ਹੱਥੇ ਹੋਣ ਕਰਕੇ ਇਹਨਾਂ ਦਾ ਇੰਨਾ ਬੁਰੀ ਤਰੀਕੇ ਨਾਲ ਕਤਲੇਆਮ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਸਿੱਖ ਸੋਚਦੇ ਨੇ ਕਿ ਪਹਿਲਾਂ ਆਪਾਂ ਜਾ ਕੇ ਆਪਣੀ ਜੋ ਯੁੱਧ ਸਾਮਗਰੀ ਉਹਨੂੰ ਇਕੱਤਰਿਤ ਕਰ ਲਿੱਤਾ ਜਾਏ, ਪਰ ਅਹਿਮਦ ਸ਼ਾਹ ਅਬਦਾਲੀ ਨੇ ਉਹਨਾਂ ਨੂੰ ਇਸ ਤਰ੍ਹਾਂ ਘੇਰਾ ਪਾ ਲਿਆ ਸੀਗਾ ਕਿ ਮਤਲਬ ਉਹਨਾਂ ਦਾ ਜਾਣਾ ਔਖਾ ਸੀਗਾ। ਉਹ ਚਾਹ ਕੇ ਵੀ ਜਾ ਨਹੀਂ ਸੀ ਸਕਦੇ, ਠੀਕ ਹੈ। ਇੱਕ ਤਾਂ ਉਹ ਨਿਹੱਥੇ ਸੀਗੇ, ਠੀਕ ਹੈ। ਅਤੇ ਅਹਿਮਦ ਸ਼ਾਹ ਅਬਦਾਲੀ ਦੀ ਸੈਨਾ ਜੋ ਕਿ ਸ਼ਸਤਰਾਂ ਨਾਲ ਬਿਲਕੁਲ ਤਿਆਰ ਹੋਈ ਸੀ, ਉਹਨਾਂ ਦਾ ਉਹ ਸਾਹਮਣਾ ਨਹੀਂ ਕਰ ਸਕੇ ਬਿਨਾਂ ਆਪਣੇ ਸ਼ਸਤਰਾਂ ਤੋਂ, ਠੀਕ ਹੈ। ਸੋ ਉਹਨਾਂ ਨੇ ਇੱਕ ਘੇਰਾ ਜਿਹਾ ਬਣਾ ਲਿਆ, ਠੀਕ ਹੈ, ਜਿਸ ਵਿੱਚ ਜਦੋਂ ਆਪਾਂ ਡਿਟੇਲ ਵਿੱਚ ਪੜ੍ਹਦੇ ਹਾਂ ਤਾਂ ਸਾਡੇ ਕੋਲ ਮਤਲਬ ਸਾਨੂੰ ਪੜ੍ਹਨ ਨੂੰ ਮਿਲਦਾ ਹੈ ਕਿ ਜਿੱਥੇ ਫੁਲਕੀਆ ਸਰਦਾਰ ਆਲਾ ਸਿੰਘ ਦੀ ਸੈਨਿਕ ਦੀ ਸਹਾਇਤਾ ਦੇ ਨਾਲ, ਠੀਕ ਹੈ, ਅਤੇ ਉਹਨਾਂ ਨੇ ਕੀ ਕੀਤਾ, ਆਪਣੇ ਬੱਚੇ ਅਤੇ ਉੱਥੇ ਇਸਤਰੀਆਂ ਵੀ ਸਨ ਉਹਨਾਂ ਦੇ ਨਾਲ, ਠੀਕ ਹੈ, ਉਹਨਾਂ ਨੂੰ ਇੱਕ ਘੇਰੇ ਵਿੱਚ ਪਾ ਦਿੱਤਾ, ਠੀਕ ਹੈ। ਅਤੇ ਸ਼ਾਮ ਸਿੰਘ ਕਰੋੜ ਸਿੰਘੀਆ, ਜੱਸਾ ਸਿੰਘ ਆਹਲੂਵਾਲੀਆ ਤਥਾ ਚੜ੍ਹਤ ਸਿੰਘ, ਇਹ ਮਿਸਲਾਂ ਦੇ ਅੱਗੇ ਜਾ ਕੇ ਜਦੋਂ ਬਣਦੇ ਨੇ, ਇਹ ਮਿਸਲਾਂ ਦੇ ਅੱਗੇ ਸਰਦਾਰ ਬਣਦੇ ਨੇ, ਇਹ ਉਹ ਸੀਗੇ। ਅਤੇ ਇਹਨਾਂ ਨੇ ਅੱਗੇ ਜਾ ਕੇ ਸਿੱਖਾਂ ਨੂੰ ਮਤਲਬ ਇੱਕ ਉਹਨਾਂ ਦੀ ਬੱਚੇ ਤਥਾ ਇਸਤਰੀਆਂ ਨੂੰ ਇੱਕ ਘੇਰੇ ਵਿੱਚ ਲਿਆ, ਠੀਕ ਹੈ। ਸਿੱਖਾਂ ਨੇ ਫਿਰ ਜਦੋਂ ਅੱਗੇ ਜਾ ਕੇ ਅਹਿਮਦ ਸ਼ਾਹ ਅਬਦਾਲੀ ਦੇ ਜੋ ਵੀ ਸੈਨਿਕ ਸੀਗੇ ਜਾਂ ਸੈਨਾਪਤੀ ਸੀਗੇ, ਜੈਨ ਖਾਂ ਅਤੇ ਭੀਖਨ ਖਾਂ ਦੇ ਨਾਲ ਥੋੜ੍ਹਾ ਜਿਹਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਟਾਕਰਾ ਲੈਣ ਦੀ ਕੋਸ਼ਿਸ਼ ਕੀਤੀ,
ਠੀਕ ਹੈ। ਸਿੱਖਾਂ 'ਤੇ ਮਤਲਬ ਅਹਿਮਦ ਸ਼ਾਹ ਅਬਦਾਲੀ ਦੀ ਦੋਨਾਂ ਦੀ ਸੈਨਾ ਨੇ ਬੜਾ ਹੀ ਵੀਰਤਾ ਦੇ ਨਾਲ ਇਸ ਲੜਾਈ ਨੂੰ ਚਲਾਈ ਰੱਖਿਆ। ਉਹਨਾਂ ਨੇ ਇੱਕ ਮਤਲਬ ਕਿ ਅੱਛੇ ਤਰੀਕੇ ਨਾਲ ਲੜਦੇ ਆ, ਪਰ ਫਿਰ ਕੀ ਹੋਇਆ ਕਿ ਅਹਿਮਦ ਸ਼ਾਹ ਅਬਦਾਲੀ ਇੱਕ ਸੈਨਿਕ ਨੇ ਪਿੱਛੇ ਦੇ ਜ਼ੋਰਦਾਰ ਹਮਲਾ ਕਰਕੇ ਉਹ ਘੇਰਾ ਤੋੜ ਦਿੰਦਾ ਹੈ। ਠੀਕ ਹੈ। ਉਹ ਘੇਰੇ ਦੇ ਵਿੱਚ ਕੌਣ ਸੀਗੇ? ਬੱਚੇ ਤੇ ਇਸਤਰੀਆਂ। ਠੀਕ ਹੈ। ਥੋੜ੍ਹੀ ਦੇਰ ਉਹ ਲੜਾਈ ਕਰਦੇ ਨੇ, ਬਟ ਉਹ ਨਹੀਂ ਝੇਲ ਪਾਉਂਦੇ ਕਿਉਂਕਿ ਉਹ ਸ਼ਸਤਰਹੀਣ ਸੀਗੇ। ਠੀਕ ਹੈ। ਇਹੀ ਉਹਨਾਂ ਦੀ ਇੱਕ ਮਿਸਟੇਕ ਸੀਗੀ। ਠੀਕ ਹੈ। ਨਿਹੱਥੇ ਹੋਣ ਕਰਕੇ ਉਹ ਉਹਨਾਂ ਦਾ ਜੋ ਹੈ ਇੱਕ ਘੇਰਾ ਜੋ ਹੈ, ਉਹ ਜੋ ਚੱਕਰ ਜੋ ਹੈ ਅਹਿਮਦ ਸ਼ਾਹ ਅਬਦਾਲੀ ਦੇ ਸੈਨਿਕ ਤੋੜ ਦਿੰਦੇ ਨੇ, ਅਤੇ ਉੱਥੇ ਉਹ 12,000 25,000 ਤੋਂ 30,000 ਤੱਕ ਦੇ ਬਹੁਤ ਸਾਰੇ, ਮਤਲਬ ਕਿ ਇਸ ਤੋਂ ਵੀ ਵੱਧ ਨੇ, ਉਹ ਉਹਨਾਂ ਬੱਚਿਆਂ, ਔਰਤਾਂ ਅਤੇ ਪੁਰਸ਼ਾਂ ਦਾ ਜੋ ਹੈ ਕਤਲੇਆਮ ਕਰ ਦਿੰਦੇ ਨੇ। ਠੀਕ ਹੈ। ਇਹ ਜੋ ਇੰਸੀਡੈਂਟ ਸੀਗਾ, ਇਹ ਦੂਸਰੇ ਵੱਡੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਅਤੇ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਹੈ। ਠੀਕ ਹੈ। ਜੋ ਕਿ 5 ਫਰਵਰੀ 1762 ਈਸਵੀ ਨੂੰ ਹੋਇਆ ਹੈ। ਜਿੱਦਾਂ ਮੈਂ ਤੁਹਾਨੂੰ ਡਿਟੇਲ ਵਿੱਚ ਡਿਕਟੇਟ ਕੀਤਾ ਹੈ, ਤੁਸੀਂ ਇੱਦਾਂ ਵੀ ਲਿਖ ਸਕਦੇ ਹੋ ਇਹਨੂੰ ਇੱਕ ਕਹਾਣੀ ਦੇ ਰੂਪ ਵਿੱਚ। ਬਹੁਤ ਸਿੰਪਲ ਮੈਂ ਤੁਹਾਨੂੰ ਸਮਝਾਇਆ, ਤੁਸੀਂ ਚਾਹੋ ਤਾਂ ਰਿਪੀਟ ਵਿੱਚ ਵੀ ਇਹਨੂੰ ਦੇਖ ਸਕਦੇ ਹੋ। ਠੀਕ ਹੈ। ਹੁਣ ਆਪਾਂ ਦੇਖਦੇ ਹਾਂ ਕਿ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਢੇਰੀ ਕਰ ਦਿੱਤੇ, ਯਾਨੀ ਕਿ ਉਹਨੂੰ ਢਾਹ ਦਿੱਤਾ, ਢੇਰੀ ਕਰਨ ਦੀ ਕੋਸ਼ਿਸ਼ ਕੀਤਾ। ਸਵਰਨ ਮੰਦਿਰ, ਸਾਡੇ ਜੋ ਹਰਿਮੰਦਰ ਸਾਹਿਬ ਹੈ, ਉਸਨੂੰ ਸਰੋਵਰ ਨੂੰ ਸਿੱਖਾਂ ਦੀਆਂ ਖੋਪੜੀਆਂ ਅਤੇ ਮਲਬੇ ਨਾਲ ਭਰਵਾ ਦਿੱਤਾ। ਠੀਕ ਹੈ। ਇਹ ਉਹ ਇੰਸੀਡੈਂਟ ਸੀਗਾ। ਮੈਂ ਆਪਣੀ ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਵੀ ਇਹ ਇੰਸੀਡੈਂਟ ਨੂੰ ਸ਼ੇਅਰ ਕੀਤਾ ਹੈ। ਸੋ ਇਹ 5th ਹਮਲੇ ਦੇ ਵਿੱਚ ਇਹ ਗੱਲ ਹੁੰਦੀ ਹੈ। ਸੋ ਮੈਨੂੰ ਥੋੜ੍ਹਾ ਜਿਹਾ ਕਨਫਿਊਜ਼ ਹੋ ਗਿਆ ਸੀਗਾ ਕਿ ਕਿਸ ਵਾਲੇ ਸਲਾਈਡ ਦੇ ਵਿੱਚ ਜਾਂ ਕਿਸ ਵਾਲੇ ਹਮਲੇ ਦੇ ਵਿੱਚ ਹੋਇਆ ਵਾ। ਸੋ ਤੁਸੀਂ ਬਿਲਕੁਲ ਭੁੱਲਣਾ ਨਾ, ਕੋਈ ਮਿਸਟੇਕ, ਕਨਫਿਊਜ਼ਨ ਨਾ ਕ੍ਰੀਏਟ ਕਰਨਾ, ਕਿਉਂਕਿ ਇਹ 5th ਹਮਲੇ ਦੇ ਵਿੱਚ ਹੈ। 6th ਹਮਲੇ ਦੇ ਵਿੱਚ, 6th ਹਮਲੇ ਦੇ ਵਿੱਚ ਹੈ ਜੋ ਇਹ ਇੰਸੀਡੈਂਟ ਹੋਇਆ, ਅਤੇ ਇਹ ਵੀ ਮੋਸਟ ਇੰਪੋਰਟੈਂਟ ਇੰਸੀਡੈਂਟ ਹੈਗਾ। ਅਤੇ ਤੁਹਾਨੂੰ ਪਲੀਜ਼ ਇਹ ਯਾਦ ਹੋਣਾ ਚਾਹੀਦਾ ਕਿ ਇਹ 6th ਹਮਲਾ ਸੀਗਾ ਅਹਿਮਦ ਸ਼ਾਹ ਅਬਦਾਲੀ ਦਾ। 1761 to 1762 ਦੇ ਵਿੱਚ ਦੋ ਵੱਡੇ ਇੰਸੀਡੈਂਟ ਹੋਏ, ਇੱਕ ਤਾਂ ਘੱਲੂਘਾਰਾ ਅਤੇ ਇੱਕ ਅੰਮ੍ਰਿਤਸਰ ਦਾ ਪਵਿੱਤਰ ਜੋ ਹਰਿਮੰਦਰ ਸਾਹਿਬ ਹੈ ਉਹਦੀ ਬੇਅਦਬੀ। ਠੀਕ ਹੈ। ਇਹਨੇ ਬੇਅਦਬੀ ਇਸ ਤਰੀਕੇ ਨਾਲ ਕੀਤੀ। ਠੀਕ ਹੈ। ਉਸ ਤੋਂ ਬਾਅਦ ਅਕਤੂਬਰ 1762 ਈਸਵੀ ਨੂੰ ਦੀਵਾਲੀ ਦੇ ਮੌਕੇ ਉੱਤੇ 60,000 ਦੇ ਕਰੀਬ ਸਿੱਖ ਅੰਮ੍ਰਿਤਸਰ ਇਕੱਠੇ ਹੋਏ, ਤਾਂ ਅਬਦਾਲੀ ਨੇ ਫਿਰ ਸਿੱਖਾਂ 'ਤੇ ਹੱਲਾ ਬੋਲ ਦਿੱਤਾ ਕਿ, ਪਰ ਸਿੱਖਾਂ ਦੇ ਜੋਸ਼ ਅੱਗੇ ਉਸਦੀ ਸੈਨਾ ਨਾ ਟਿਕ ਸਕੇ ਅਤੇ ਅਬਦਾਲੀ ਨੂੰ ਆਪਣੀ ਜਾਨ ਬਚਾਉਣ ਲਈ ਭੱਜਣਾ ਪਿਆ। ਅਤੇ ਇੱਕ ਤਾਂ ਸਿੱਖਾਂ ਨੇ ਜੋ ਸੀਗਾ ਆਪਣੀ ਇਸ ਹਰਿਮੰਦਰ ਸਾਹਿਬ ਦੀ ਬੇਅਦਬੀ ਦਾ ਉਤੋਂ ਬਦਲਾ ਲਿੱਤਾ, ਜਿਸ ਦੇ परिणाम ਸਰੂਪ ਅਬਦਾਲੀ ਡਰ ਗਿਆ ਸੀਗਾ ਅਤੇ ਉਹ ਆਪਣੀ ਜਾਨ ਨੂੰ ਬਚਾ ਕੇ ਭੱਜ ਜਾਂਦਾ ਹੈ। ਅਬਦਾਲੀ ਦਾ 7ਵਾਂ ਹਮਲਾ 1764 to 1765। ਅਬਦਾਲੀ ਨੇ 1764 ਈਸਵੀ ਦੇ ਵਿੱਚ ਪੰਜਾਬ 'ਤੇ 7ਵਾਂ ਹਮਲਾ ਕੀਤਾ। ਉਹ ਆਪਣੀ 30,000 ਸੈਨਾ ਨਾਲ ਅੰਮ੍ਰਿਤਸਰ ਪਹੁੰਚਾ। ਸਿਰਫ 30 ਲੱਖ ਸਿੱਖ ਮੁਕਾਬਲਾ ਕਰਦੇ ਸ਼ਹੀਦ ਹੋ ਗਏ। ਠੀਕ ਹੈ। ਸਿਰਫ 30 ਲੱਖ ਸਿੱਖ ਜੋ ਨੇ ਉਹਦੇ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਜਲੰਧਰ ਦੁਆਬ ਪਹੁੰਚਣ 'ਤੇ ਸਰਹਿੰਦ ਆਉਂਦੇ ਸਮੇਂ, ਫਿਰ ਸਰਹੰਦ ਤੋਂ ਲਾਹੌਰ ਜਾਂਦੇ ਸਮੇਂ ਰਾਹ ਵਿੱਚ ਸਿੱਖਾਂ ਨੇ ਉਸਨੂੰ ਛਾਪੇਮਾਰ ਯੁੱਧ ਰਾਹੀਂ ਬੜਾ ਤੰਗ ਕੀਤਾ, ਜਿੱਦਾਂ ਕਿ ਉਹ ਗੁਰੀਲਾ ਯੁੱਧ ਪ੍ਰਣਾਲੀ ਨਾਲ ਕਰਦੇ ਸੀਗੇ। ਠੀਕ ਹੈ। ਜਲੰਧਰ ਦੁਆਬ ਪਹੁੰਚਣ 'ਤੇ ਪਤਾ ਲੱਗਾ ਕਿ ਸਿੱਖ ਸੜਨ ਲਈ ਤਿਆਰ ਹਨ, ਪਰ ਆਪਣੇ ਆਪ ਨੂੰ ਬੇਬਸ ਸਮਝ ਕੇ ਉਹ ਮਾਰਚ 1765 ਨੂੰ ਵਾਪਸ ਅਫਗਾਨਿਸਤਾਨ ਚਲਾ ਗਿਆ। ਜਦੋਂ ਆਪਾਂ ਇਸ ਵਿੱਚ ਡਿਟੇਲ ਵਿੱਚ ਗੱਲ ਕਰਦੇ ਹਾਂ ਤਾਂ ਸਾਨੂੰ ਇਸ ਇੰਸੀਡੈਂਟ ਵਿੱਚ ਪਤਾ ਚੱਲਦਾ ਹੈ ਕਿ ਜਿਹੜੇ 30 ਸਿੱਖ ਸ਼ਹੀਦ ਹੋ ਜਾਂਦੇ ਨੇ। ਠੀਕ ਹੈ। ਅਤੇ ਜਦੋਂ ਉਹ ਫਿਰ ਵਾਪਸ ਜਦੋਂ ਸਰਹਿੰਦ ਆਉਂਦਾ ਹੈ ਅਤੇ ਸਿੱਖਾਂ ਨੂੰ ਪਤਾ ਚੱਲ ਜਾਂਦਾ ਕਿ ਇਸਨੇ ਉਹੀ ਰਸਤੇ ਤੋਂ ਹੀ ਗੁਜ਼ਰਨਾ ਹੈ, ਲੰਘਣਾ ਹੈ, ਅਤੇ ਉੱਥੇ ਜਾ ਕੇ ਇਸਨੂੰ ਮਾਰਨ ਦੀ, ਇਸ ਨਾਲ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਨੇ। ਠੀਕ ਹੈ। ਜਦੋਂ ਇਹ ਵਾਪਸ ਆਪਣੇ ਰਸਤੇ ਸਰਹਿੰਦ ਪਹੁੰਚਣ ਲਈ ਜਦੋਂ ਜਾਂਦਾ ਹੈ ਤਾਂ ਉੱਥੇ ਦੇਖਦਾ ਕਿ ਅਫਗਾਨਾਂ ਦਾ ਵਿਨਾਸ਼ ਹੁੰਦਾ ਹੈ, ਕਿਉਂਕਿ ਉਹ ਅਬਦਾਲੀ ਖੁਦ ਇੱਕ ਅਫਗਾਨਿਸਤਾਨ ਸੀਗਾ, ਅਤੇ ਉਹ ਅਫਗਾਨਾਂ ਦਾ ਵਿਨਾਸ਼ ਦੇਖ ਕੇ ਅਬਦਾਲੀ ਨੂੰ ਜੋ ਬਹੁਤ ਹੈ ਬੜਾ ਦੁੱਖ ਲੱਗਦਾ ਹੈ। ਜਦੋਂ ਆਪਾਂ ਡਿਟੇਲ ਵਿੱਚ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਸ ਟਾਈਮ 'ਤੇ ਬਾਬਾ ਆਲਾ ਸਿੰਘ ਨੇ ਅਬਦਾਲੀ ਦਾ ਸਵਾਗਤ ਕੀਤਾ, ਬਹੁਤ ਅੱਛੇ ਤਰੀਕੇ ਨਾਲ ਕੀਤਾ। ਅਬਦਾਲੀ ਨੇ 3.5 ਲੱਖ ਰੁਪਏ ਵਾਰਸ਼ਿਕ ਕਰ ਦੇ ਬਦਲੇ, ਯਾਨੀ ਕਿ ਟੈਕਸ ਦੇ ਬਦਲੇ ਕਈ ਜਗ੍ਹਾ ਉੱਪਰ ਅਫਗਾਨੋਂ ਪਰ, ਯਾਨੀ ਕਿ ਸਰਹਿੰਦ ਬਾਬਾ ਆਲਾ ਸਿੰਘ ਨੂੰ ਸੌਂਪ ਦਿੱਤਾ ਸੀਗਾ। ਸਰਹਿੰਦ ਜੋ ਸੀਗਾ 3.5 ਲੱਖ ਰੁਪਏ ਵਾਰਸ਼ਿਕ ਕਰ ਦੇ ਬਦਲੇ। ਇਸ ਤੋਂ ਪਛਾਤ ਜਿਹੜਾ ਅਬਦਾਲੀ ਲਾਹੌਰ ਵਾਪਸ ਚਲਾ ਗਿਆ, ਰਸਤੇ ਦੇ ਵਿੱਚ ਵੀ ਸਿੱਖਾਂ ਨੇ ਅਫਗਾਨਾਂ ਦੇ ਉੱਤੇ ਕਈ ਸਾਰੇ ਆਕਰਮਣ ਕੀਤੇ। ਠੀਕ ਹੈ। ਪਰੰਤੂ ਉਹਨਾਂ ਨੂੰ ਮਤਲਬ ਕਿ ਅਹਿਮਦ ਸ਼ਾਹ ਅਬਦਾਲੀ ਨੂੰ ਬਹੁਤ ਤੰਗ ਕੀਤਾ ਗਿਆ, ਪਰ ਫਿਰ ਵੀ ਉਹ ਲਾਹੌਰ ਵਿੱਚ ਬਿਨਾਂ ਰੁਕੇ ਹੋਏ ਮਾਰਚ 1765 ਈਸਵੀ ਨੂੰ ਉਹ ਅਫਗਾਨਿਸਤਾਨ ਚਲਾ ਗਿਆ। ਠੀਕ ਹੈ। ਇਹ ਸੀਗਾ ਜਲੰਧਰ ਦੁਆਬ ਵਾਲਾ ਸਾਰਾ ਇੰਸੀਡੈਂਟ, ਜਿਹਨੂੰ ਆਪਾਂ ਡਿਟੇਲ ਵਿੱਚ ਡਿਸਕਸ ਕਰ ਲਿਆ ਹੈ। ਠੀਕ ਹੈ।
ਹੁਣ ਅਪ੍ਰੈਲ 1765 ਈਸਵੀ ਨੂੰ ਸਿੱਖਾਂ ਨੇ ਅੰਮ੍ਰਿਤਸਰ ਵਿਖੇ ਵਿਸਾਖੀ ਮਨਾਈ ਅਤੇ ਮਈ 1765 ਈਸਵੀ ਵਿੱਚ ਲਾਹੌਰ ਉੱਤੇ ਕਬਜ਼ਾ ਕਰਕੇ ਆਪਣੇ ਸਿੱਕੇ ਜਾਰੀ ਕਰ ਦਿੱਤੇ। ਠੀਕ ਹੈ, ਖੁਸ਼ੀ ਦੇ ਵਿੱਚ ਜਦੋਂ ਦੇਖਦੇ ਹਾਂ ਕਿ ਅਹਿਮਦ ਸ਼ਾਹ ਅਬਦਾਲੀ ਹੁਣ ਜਿਹੜਾ ਵਾਪਸ ਅਫਗਾਨਿਸਤਾਨ ਚਲਾ ਗਿਆ ਹੈ। ਠੀਕ ਹੈ, ਉਸ ਸਮੇਂ ਕੀ ਸੀਗਾ 16 ਮਈ 1765 ਈਸਵੀ ਨੂੰ। ਠੀਕ ਹੈ, ਤੁਸੀਂ ਸਿਰਫ ਸਾਨੀ ਯਾਦ ਰੱਖ ਸਕਦੇ ਹੋ 1765 ਨੂੰ। ਠੀਕ ਹੈ, जो कि ਸੀਗਾ ਗੁੱਜਰ ਸਿੰਘ ਤथा ਸੋਭਾ ਸਿੰਘ ਨੇ ਲਾਹੌਰ ਵਿੱਚ ਅਧਿਕਾਰ ਕਰ ਲਿਆ ਤੇ ਉਸਕੇ ਇਲਾਕੋं को आपस में बांट लिया गया। ਮੇਨ ਸਿੱਧੀ ਗੱਲ ਇਹ ਵਾ ਕਿ ਸਿੱਖਾਂ ਨੇ ਲਾਹੌਰ ਤੇ ਆਪਣਾ ਅਧਿਕਾਰ ਕਰ ਲਿਆ ਸੀਗਾ। ਇਸ ਖੁਸ਼ੀ ਦੇ ਵਿੱਚ ਉਹਨਾਂ ਨੇ ਸਿੱਕੇ ਜਾਰੀ ਕੀਤੇ। ਸਿੱਕੇ ਕਿਹਨਾਂ ਦੇ ਜਾਰੀ ਕੀਤੇ? ਸਿੱਕੇ ਜਾਰੀ ਕੀਤੇ ਸੀਗੇ ਗੁਰੂ ਨਾਨਕ ਦੇਵ ਜੀ ਦੇ ਤਥਾ ਗੁਰੂ ਗੋਬਿੰਦ ਸਿੰਘ ਜੀ ਕੇ। ਮੈਂ ਦੁਬਾਰਾ ਰਿਪੀਟ ਕਰ ਦਿੰਦੀ ਹਾਂ ਕਿ ਸਿੱਕੇ ਕਿਹਦੇ ਜਾਰੀ ਕੀਤੇ ਸੀਗੇ? ਗੁਰੂ ਨਾਨਕ ਦੇਵ ਜੀ ਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਕੇ ਉਹਨਾਂ ਨੇ ਜਾਰੀ ਕੀਤੇ ਸੀਗੇ। ਠੀਕ ਹੈ, ਇਸ ਤਰ੍ਹਾਂ ਸਿੱਖਾਂ ਨੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਅਬਦਾਲੀ ਦੇ ਸਨਮਾਨ ਨੂੰ ਫਿਰ ਗਹਿਰੀ ਚੋਟ ਪਹੁੰਚੀ। ਜਦੋਂ ਉਹਨੂੰ ਪਤਾ ਲੱਗ ਗਿਆ ਕਿ ਇਹਨਾਂ ਨੇ ਸਿੱਖ ਨੇ ਮੇਰੇ ਲਾਹੌਰ ਤੇ ਕਬਜ਼ਾ ਕਰ ਲਿਆ ਤੇ ਮੇਰੇ ਅਫਗਾਨਾਂ ਨੂੰ ਵੀ ਇਹਨਾਂ ਨੇ ਮਤਲਬ ਲੜਾਈ ਕਰਕੇ ਇੱਦਾਂ ਉਹਨਾਂ ਨੂੰ ਚੋਟ ਪਹੁੰਚਾਈ ਹੈ, ਸੋ ਉਹਦਾ ਬਦਲਾ ਲੈਣ ਲਈ ਉਹ ਪੰਜਾਬ ਤੇ 8ਵਾਂ ਹਮਲਾ ਕਰਦਾ ਹੈ 1766 to 67। ਠੀਕ ਹੈ, ਸਿੱਖਾਂ ਦੀ ਸ਼ਕਤੀ ਨੂੰ ਦਬਣ ਲਈ, ਉਹਨਾਂ ਨੂੰ ਨਸ਼ਟ ਕਰਨ ਲਈ, ਉਹਨਾਂ ਦੀ ਸ਼ਕਤੀ ਨੂੰ ਉਹ 8ਵਾਂ ਹਮਲਾ ਕਰਦਾ ਹੈ। ਠੀਕ ਹੈ, ਜਿਹੜਾ ਕਿ ਦਸੰਬਰ 67 ਈਸਵੀ ਦੇ ਵਿੱਚ ਅਬਦਾਲੀ ਨੇ ਪੰਜਾਬ ਉੱਤੇ ਆਪਣਾ ਆਖਰੀ ਹਮਲਾ ਕੀਤਾ ਤੇ ਲਾਹੌਰ ਉੱਪਰ ਬੜੀ ਆਸਾਨੀ ਦੇ ਨਾਲ ਉਹਨੇ ਕਬਜ਼ਾ ਕਰ ਲਿਆ। ਉਸ ਸਮੇਂ ਲਾਹੌਰ ਦਾ ਗਵਰਨਰ ਕੌਣ ਸੀਗਾ? ਦਾਦਨ ਖਾਂ। ਠੀਕ ਹੈ, ਉਹਨੇ ਆਕਰਮਣ ਕਰਕੇ ਦਾਦਨ ਖਾਂ ਦੇ ਨਾਮਕ ਇੱਕ ਮੁਸਲਿਮ ਵਿਅਕਤੀ ਨੂੰ ਉਹਨੇ ਗਵਰਨਰ ਨਿਯੁਕਤ ਕਰ ਦਿੱਤਾ ਸੀਗਾ। ਠੀਕ ਹੈ, ਸੋ ਜਦੋਂ ਆਪਾਂ ਡਿਟੇਲ ਵਿੱਚ ਇਸ ਆਕਰਮਣ ਦੀ ਗੱਲ ਕਰੀਏ ਤੇ ਜੋ 8ਵੇਂ ਆਕਰਮਣ ਦੇ ਵਿੱਚ ਸਿੱਖਾਂ ਨੇ 1767 ਈਸਵੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਦਾ ਅਫਗਾਨ ਸੈਨਾਪਤੀ ਸੀਗਾ ਜਹਾਨ ਖਾਂ ਦੇ ਨਾਲ ਉਹਨੇ ਇੱਕ ਯੁੱਧ ਕੀਤਾ ਉਹਨਾਂ ਨੇ। ਠੀਕ ਹੈ, ਇਸ ਯੁੱਧ ਦੇ ਵਿੱਚ ਜਹਾਨ ਖਾਂ ਪੂਰੀ ਤਰ੍ਹਾਂ ਪਰਾਜਿਤ ਹੋ ਗਿਆ ਤੇ 5-6 ਹਜ਼ਾਰ ਅਫਗਾਨ ਸੈਨਿਕਾਂ ਦੀ ਵੀ ਮੌਤ ਹੋ ਚੁੱਕੀ ਸੀਗੀ। ਠੀਕ ਹੈ, ਇਹ ਸਮਾਚਾਰ ਸੁਣ ਕੇ ਅਹਿਮਦ ਸ਼ਾਹ ਅਬਦਾਲੀ ਸਵਯੰ ਅੰਮ੍ਰਿਤਸਰ ਵਿੱਚ ਆ ਗਿਆ ਸਿੱਖਾਂ ਤੋਂ ਬਦਲਾ ਲੈਣ ਲਈ, ਪਰ ਸਿੱਖ ਉਸ ਸਮੇਂ ਲਾਹੌਰ ਦੀ ओर ਦੌੜ ਚੁੱਕੇ ਸੀਗੇ। ਠੀਕ ਹੈ, ਫਿਰ ਅਬਦਾਲੀ ਜੋ ਹੈ ਮਾਛੀਵਾੜਾ ਹੁੰਦੇ ਹੋਏ ਮਾਰਚ 1767 ਈਸਵੀ ਦੇ ਵਿੱਚ ਅੰਬਾਲਾ ਪਹੁੰਚਾ ਤੇ ਜਹਾਂ ਰੋਹਿਲਾ ਸਰਦਾਰ ਨਜੀਬ ਉਦੌਲਾ ਵੀ ਉਸੇ ਆ ਸਕਦਾ। ਠੀਕ ਹੈ, ਉਸ ਤੋਂ ਬਾਅਦ ਜਦੋਂ ਆਪਾਂ ਦੇਖਦੇ ਹਾਂ ਕਿ ਇਸ ਤੋਂ ਬਾਅਦ ਜਿਹੜਾ ਅਬਦਾਲੀ ਆ ਸਰਹਿੰਦ ਪਹੁੰਚਿਆ ਤੇ ਉਹਨੇ ਪਟਿਆਲਾ ਦੇ ਰਾਜਾ ਅਮਰ ਸਿੰਘ ਦੇ ਨਾਲ 9 ਲੱਖ ਰੁਪਏ ਤਥਾ ਸਰਹਿੰਦ ਦੀ ਸੂਬੇਦਾਰੀ ਪ੍ਰਾਪਤ ਕੀਤੀ। ਠੀਕ ਹੈ, ਇਸ ਦੇ ਪਛਾਤ ਤੋਂ ਫਿਰ ਮਾਛੀਵਾੜਾ ਆ ਕੇ ਅਬਦਾਲੀ ਨੇ ਸਿੱਖਾਂ ਨਾਲ ਕੁਚਲਣ ਦੇ ਕਈ ਅਭਿਆਨ ਭੇਜੇ, ਪਰੰਤੂ ਉਹਦੇ ਤੇ ਉਹਨੂੰ ਕੋਈ ਸਫਲਤਾ ਨਹੀਂ ਮਿਲੀ। ਇਸ ਪ੍ਰਕਾਰ ਨਿਰਾਸ਼ਾਜਨਕ ਸਥਿਤੀ ਦੇ ਵਿੱਚ ਖਰਾਬ ਸਵਾਸਥ ਤਥਾ ਸਿੱਖਾਂ ਨਾਲ ਤੰਗ ਆ ਕੇ ਮਈ 1767 ਈਸਵੀ ਦੇ ਵਿੱਚ ਜੋ ਅਹਿਮਦ ਸ਼ਾਹ ਅਬਦਾਲੀ ਹੈ ਲਾਹੌਰ ਨੂੰ ਹੁੰਦਾ ਹੋਇਆ ਵਾਪਸ ਅਫਗਾਨਿਸਤਾਨ ਚਲਾ ਗਿਆ। ਠੀਕ ਹੈ, ਇਹ ਉਹਦਾ ਇੱਕ ਅੰਤਿਮ ਆਕਰਮਣ ਸੀਗਾ ਪੰਜਾਬ ਦੇ ਉੱਤੇ ਤੇ ਇੰਨੇ ਪੂਰੇ ਪ੍ਰਯਤਨ, ਇੰਨੇ ਸ਼ਕਤੀਸ਼ਾਲੀ, ਠੀਕ ਹੈ, ਇੰਨੇ ਦਬਾਅ ਭਰੇ ਪ੍ਰਯਤਨਾਂ ਦੇ ਬਾਵਜੂਦ ਵੀ ਉਹ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਦੇ ਵਿੱਚ ਪੂਰਨ ਰੂਪ ਤੇ ਅਸਫਲ ਰਿਹਾ। ਠੀਕ ਹੈ, ਸਿੱਖਾਂ ਨੇ ਜੰਗਲਾਂ ਦੇ ਵਿੱਚ ਦੌੜਨ ਦੀ ਬਜਾਏ ਅਬਦਾਲੀ ਨਾਲ ਸਿੱਧੀ ਟੱਕਰ ਵੀ ਲਿੱਤੀ, ਪਰ ਫਿਰ ਵੀ ਉਹ ਇਹਦਾ ਮੁਕਾਬਲਾ ਬਹੁਤ ਹੀ ਉਹਨਾਂ ਨੇ ਚੰਗੀ ਤਰ੍ਹਾਂ ਕੀਤਾ। ਪਰ ਜਦੋਂ ਅਬਦਾਲੀ ਨੇ ਦੇਖਿਆ ਕਿ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਕੈਦ ਕਰ ਸਕਿਆ, ਇਹਨਾਂ ਯਤਨਾਂ ਦੇ ਬਾਵਜੂਦ ਵੀ ਉਹ ਦੁਬਾਰਾ ਜੋ ਹੈ ਅਫਗਾਨਿਸਤਾਨ ਚਲਾ ਜਾਂਦਾ ਹੈ। ਆਪਾਂ ਅਗਰ ਸਿੱਧੀ ਤਰ੍ਹਾਂ ਗੱਲ ਕਰੀਏ ਡਿਟੇਲ ਦੇ ਵਿੱਚ, ਅਗਰ ਇੱਕ ਲਾਈਨ ਦੇ ਵਿੱਚ ਜੇਕਰ ਆਪਾਂ ਇਹਦਾ ਆਨਸਰ ਲਿਖਣਾ ਹੋਵੇ ਤੇ ਆਪਾਂ ਲਿਖਾਂਗੇ ਕਿ ਦਸੰਬਰ 1767 ਈਸਵੀ ਦੇ ਵਿੱਚ ਅਬਦਾਲੀ ਨੇ ਪੰਜਾਬ ਉੱਤੇ ਆਖਰੀ ਹਮਲਾ ਕੀਤਾ ਤੇ ਲਾਹੌਰ ਉੱਪਰ ਬੜੀ ਆਸਾਨੀ ਦੇ ਨਾਲ ਉਹਨੇ ਕਬਜ਼ਾ ਕਰ ਲਿਆ। ਠੀਕ ਹੈ, ਅਫਗਾਨਿਸਤਾਨ ਜੋ ਅਫਗਾਨ ਸੈਨਾਪਤੀ ਸੀਗਾ ਉਸਦੇ ਨਾਲ ਸਿੱਖਾਂ ਦੀ ਝੜਪ ਹੁੰਦੀ ਹੈ, ਜਿਹਦੇ ਵਿੱਚ ਸਿੱਖਾਂ ਨੇ ਅਫਗਾਨ ਸੈਨਿਕ ਮਤਲਬ ਕਿ 5 ਤੋਂ 6 ਹਜ਼ਾਰ ਦਾ ਅਫਗਾਨ ਸੈਨਿਕ ਮਾਰ ਦਿੱਤੇ। ਠੀਕ ਹੈ, ਇਸੇ ਹੀ ਆਪਣੇ ਅਫਗਾਨ ਸੈਨਿਕਾਂ ਦਾ ਬਦਲਾ ਲੈਣ ਲਈ ਅਬਦਾਲੀ ਉਹਨਾਂ ਕੋਲ ਦੁਬਾਰਾ ਗਿਆ ਸਿੱਖਾਂ ਦਾ ਨਾਲ ਉਹਨਾਂ ਨਾਲ ਸਿੱਧਾ ਟੱਕਰਾ ਲੈਣ ਲਈ, ਤੇ ਸਿੱਖਾਂ ਨੇ ਵੀ ਉਹਦੇ ਨਾਲ ਕਾਫੀ ਬਹਾਦਰੀ ਦੇ ਨਾਲ ਯੁੱਧ ਕੀਤਾ। ਪਰ ਜਦੋਂ ਆਪਣੇ ਆਪ ਉਹਦਾ ਖਰਾਬ ਸਵਾਸਥ ਦੇਖ ਕੇ ਤੇ ਆਪਣੇ ਯਤਨਾਂ ਦੇ ਵਿੱਚ ਅਸਫਲਤਾ ਪ੍ਰਾਪਤ ਹੁੰਦੀ ਦੇਖ ਕੇ ਉਹ ਵਾਪਸ ਅਫਗਾਨਿਸਤਾਨ ਚਲਾ ਜਾਂਦਾ ਹੈ। ਠੀਕ ਹੈ, ਸੋ ਅਬਦਾਲੀ ਦੀ ਅਸਫਲਤਾ ਦੇ ਕਾਰਨ
ਇਹ ਮੇਨ ਪੁਆਇੰਟ ਨੇ, ਠੀਕ ਹੈ। ਤੁਸੀਂ ਪੁਆਇੰਟ ਯਾਦ ਰੱਖ ਲਓ ਅਤੇ ਅੱਗੇ ਜੇਕਰ ਤੁਸੀਂ ਚੈਪਟਰ ਅੱਛੇ ਤਰੀਕੇ ਨਾਲ ਖੁਦ ਪੜ੍ਹਿਆ ਹੋਏਗਾ, ਈਵਨ ਜਿੱਦਾਂ ਮੈਂ ਐਕਸਪਲੇਨ ਕੀਤਾ ਹੋਇਆ ਹੈ ਉਹਦਾ ਅਗਰ ਤੁਸੀਂ ਸੁਣਿਆ ਹੋਏਗਾ, ਤਾਂ ਆਈ ਐਮ ਸ਼ੋਰ ਕਿ ਤੁਸੀਂ ਇਸ ਦੇ ਅੱਗੇ ਜੋ ਇਸ ਕੁਐਸਚਨ ਨੂੰ ਤੁਸੀਂ ਖੁਦ ਬਣਾ ਸਕਦੇ ਹੋ, ਬਸ਼ਰਤੇ ਤੁਸੀਂ ਇਹ ਪੁਆਇੰਟ ਤੁਹਾਨੂੰ ਜਿਹੜੇ ਨੇ ਯਾਦ ਹੋਣੇ ਚਾਹੀਦੇ ਨੇ, ਠੀਕ ਹੈ। ਸੋ ਅਹਿਮਦ ਸ਼ਾਹ ਅਬਦਾਲੀ ਦੇ ਅਸਫਲਤਾ ਦੇ ਕਾਰਨ ਕੀ ਸੀਗੇ ਕਿ ਸਿੱਖਾਂ ਦਾ ਮਜ਼ਬੂਤ ਇਰਾਦਾ, ਠੀਕ ਹੈ। ਸਿੱਖ ਆਪਣੇ ਮਤਲਬ ਕਿ ਉਹਨਾਂ ਨੇ ਅਹਿਮਦ ਸ਼ਾਹ ਅਬਦਾਲੀ ਨੇ ਸਿੱਖਾਂ ਉੱਪਰ 8 ਹਮਲੇ ਕੀਤੇ ਲਗਾਤਾਰ ਸ਼ਕਤੀਸ਼ਾਲੀ ਤਰੀਕੇ ਦੇ ਨਾਲ, ਦਬਾਅ ਦੇ ਨਾਲ ਸਿੱਖਾਂ ਦੇ ਉੱਤੇ ਹਮਲੇ ਕੀਤੇ, ਠੀਕ ਹੈ। ਦੂਸਰੇ ਘੁੱਲੂਘਾਰੇ ਦੇ ਵਿੱਚ ਬੱਚੇ, ਇਸਤਰੀਆਂ, ਕਾਫੀ ਸਾਰੇ ਸਿੱਖ ਮਾਰੇ ਵੀ ਗਏ, ਪਰ ਸਿੱਖ ਆਪਣੀ ਮਜ਼ਬੂਤ ਇਰਾਦਿਆਂ 'ਤੇ ਟਿਕੇ ਰਹੇ, ਠੀਕ ਹੈ। ਯਾਨੀ ਕਿ ਉਹਨਾਂ ਦੀ ਆਪਣੀ ਏਕਤਾ ਹੀ, ਉਹਨਾਂ ਦੇ ਵਿੱਚ ਦ੍ਰਿੜਤਾ ਹੀ, ਆਪਣੇ ਧਰਮ, ਆਪਣੇ ਪੰਥ ਦੇ ਪ੍ਰਤੀ ਉਹ ਕਾਫੀ ਇਮਾਨਦਾਰ ਸੀਗੇ ਅਤੇ ਉਹਨਾਂ ਨੇ ਹਰ ਇੱਕ ਜੰਗ ਕਾਫੀ ਮਜ਼ਬੂਤੀ ਦੇ ਨਾਲ ਲੜੀ, ਕਾਫੀ ਸਾਰੀ ਮੁਸ਼ਕਿਲਾਂ ਮੁਸੀਬਤਾਂ ਨੂੰ ਪਾਰ ਕਰਦੇ ਹੋਏ। ਗੁਰੀਲਾ ਯੁੱਧ ਪ੍ਰਣਾਲੀ, ਗੁਰੀਲਾ ਯੁੱਧ ਪ੍ਰਣਾਲੀ ਨਾਲ ਆਪਾਂ ਸਾਰੇ ਵਾਕਿਫ ਹਾਂ ਕਿ ਉਹ ਜੰਗਲਾਂ ਦੇ ਲੁੱਟਮਾਰ, ਮਤਲਬ ਜੰਗਲਾਂ ਦੇ ਵਿੱਚ ਰਹਿੰਦੇ ਨੇ, ਉੱਚੀ ਉੱਚੀ ਪਹਾੜੀਆਂ ਦੇ ਵਿੱਚ। ਜਦੋਂ ਮੌਕਾ ਮਿਲਦਾ ਹੈ ਉਹ ਅਫਗਾਨ ਸੈਨਿਕਾਂ ਦੇ ਉੱਤੇ ਹਮਲਾ ਕਰਦੇ ਨੇ, ਕਿਸੇ ਵੀ ਸੈਨਿਕਾਂ 'ਤੇ, ਮਤਲਬ ਸ਼ਾਹੀ ਕੋਸ਼ ਜਾਂ ਸ਼ਾਹੀ ਖਜ਼ਾਨਿਆਂ ਨੂੰ ਲੁੱਟ ਕੇ ਆਪਣਾ ਨਿਰਵਾਹ ਕਰਦੇ ਸੀਗੇ, ਠੀਕ ਹੈ। ਮਤਲਬ ਕਿ ਇਹਨਾਂ ਦਾ ਕੋਈ ਪੱਕਾ ਰਹਿਣ ਸਹਿਣ ਦਾ ਕਿਨਾਰਾ ਨਹੀਂ ਹੁੰਦਾ ਸੀਗਾ, ਸਿਰਫ ਇਹਨਾਂ ਕੋਲ ਇੱਕ ਘੋੜਾ ਹੁੰਦਾ ਸੀਗਾ ਅਤੇ ਇਹ ਜੰਗਲਾਂ ਦੇ ਵਿੱਚ, ਪਹਾੜੀਆਂ ਦੇ ਵਿੱਚ ਲੁਕੇ ਰਹਿੰਦੇ ਸੀਗੇ, ਠੀਕ ਹੈ, ਅਤੇ ਉੱਥੇ ਆਪਣੀ ਜੀਵਨ ਨਿਰਵਾਹ ਕਰਦੇ ਪਏ ਸੀਗੇ। ਅਬਦਾਲੀ ਦੁਆਰਾ ਘੱਟ ਸੈਨਾ ਛੱਡਣਾ, ਅਬਦਾਲੀ ਵੀ ਜਦੋਂ ਆਪਾਂ ਡਿਟੇਲ ਵਿੱਚ ਹਮਲਿਆਂ ਦਾ ਪੜ੍ਹਦੇ ਹਾਂ ਤਾਂ ਸਾਨੂੰ ਕਿਤੇ ਕਿਤੇ ਲੱਗਦਾ ਹੈ ਕਿ ਅਬਦਾਲੀ ਦੀ ਵੀ ਜਗ੍ਹਾ ਜਗ੍ਹਾ ਕਿਤੇ ਕਮੀਆਂ ਹੈਗੀਆਂ ਨੇ। ਯਾਨੀ ਕਿ ਮੇਨ ਸਿੱਧੀ ਗੱਲ ਇਹ ਵਾ ਕਿ ਉਹ ਸਿੱਖਾਂ ਨੂੰ ਸਮਝਦਾ ਸੀਗਾ ਕਿ ਮੈਂ ਇਹਨਾਂ ਨੂੰ ਕਬਜ਼ੇ ਵਿੱਚ ਕਰ ਲਾਂਗਾ, ਇੱਕ ਹਮਲਾ, ਦੋ ਹਮਲਾ ਨਹੀਂ, ਤੇ ਤੀਜੇ ਹਮਲੇ ਦੇ ਵਿੱਚ ਮੈਂ ਇਹਨਾਂ ਨੂੰ ਜ਼ਰੂਰ, ਇਹਨਾਂ ਦੀ ਸ਼ਕਤੀ ਨੂੰ ਆਪਣੇ ਹੱਥ ਵਿੱਚ, ਇਹਨਾਂ ਨੂੰ ਜ਼ਰੂਰ ਆਪਣੇ, ਕਹਿ ਸਕਦੇ ਕਿ ਇਹਨਾਂ ਨੂੰ ਮੈਂ ਜ਼ਰੂਰ ਦਬਾ ਸਕਦਾ ਵਾਂ। ਪਰ ਫਿਰ ਵੀ ਉਹ ਨਹੀਂ ਦਬੇ ਅਤੇ ਉਹਨੇ, ਅਹਿਮਦ ਸ਼ਾਹ ਅਬਦਾਲੀ ਨੇ ਵੀ ਇਹਨਾਂ ਵੱਲ ਸਿੱਧੀ ਤਰ੍ਹਾਂ ਮਤਲਬ ਕਿ ਧਿਆਨ ਨਹੀਂ ਦਿੱਤਾ, ਠੀਕ ਹੈ। ਤਾਂ ਘੱਟ ਸੈਨਾ ਛੱਡਣਾ ਇਹਨਾਂ ਵੱਲ, ਇਹ ਵੀ ਇੱਕ ਵੱਡਾ ਪੁਆਇੰਟ ਹੈਗਾ ਹੈ, ਠੀਕ ਹੈ। ਅਬਦਾਲੀ ਦੇ ਬਦਲੇ ਦੀ ਭਾਵਨਾ, ਜਿਉਂ ਸਿੱਖਾਂ ਨੇ ਵੱਧ ਚੜ੍ਹ ਕੇ ਅਫਗਾਨਿਸਤਾਨ ਦੇ ਜਿਹੜੇ ਅਫਗਾਨ ਸੈਨਿਕ ਸੀਗੇ ਉਹਨਾਂ ਦਾ ਕਤਲ ਕੀਤਾ, ਉਹਨਾਂ ਨੂੰ ਮਾਰਿਆ, ਬਦਲੇ ਦੀ ਭਾਵਨਾ ਦੇ ਨਾਲ ਜੋ ਅਹਿਮਦ ਸ਼ਾਹ ਅਬਦਾਲੀ ਉਹ ਸਿੱਖਾਂ 'ਤੇ ਹਮਲਾ ਕਰਦਾ ਰਿਹਾ। ਪਰ ਜੋ ਸਿੱਖ ਸੀਗੇ ਉਹਨਾਂ ਨੇ ਕਾਫੀ ਬਹਾਦਰੀ ਦੇ ਨਾਲ ਇਹਦੇ ਨਾਲ ਲੜਾਈ ਲੜੀ ਅਤੇ ਹਰ ਵਾਰ ਇਹ ਹਾਰ ਦਾ ਮੂੰਹ ਇਹਨੂੰ ਦੇਖਣਾ ਪਿਆ। ਅਬਦਾਲੀ ਦੇ ਅਯੋਗ ਪ੍ਰਤੀਨਿਧੀ, ਅਬਦਾਲੀ ਦੇ ਜੋ ਪ੍ਰਤੀਨਿਧੀ ਵੀ ਸੀਗੇ ਉਹ ਕਾਫੀ ਅਯੋਗ ਸੀਗੇ, ਉਹ ਸਿੱਖਾਂ ਦੇ ਮੁਕਾਬਲੇ ਵਿੱਚ ਕਾਫੀ ਕਮਜ਼ੋਰ ਸੀਗੇ ਅਤੇ ਸਿੱਖਾਂ ਦੀ ਲੜਾਈ ਦੇ ਅੱਗੇ ਜ਼ਿਆਦਾ ਦੇਰ ਤੱਕ ਟਿਕ ਨਹੀਂ ਪਾਉਂਦੇ ਸੀਗੇ, ਠੀਕ ਹੈ। ਜਦ ਕਿ ਦੂਸਰੀ ਤਰਫ ਆਪਾਂ ਦੇਖਦੇ ਹਾਂ ਕਿ ਸਿੱਖਾਂ ਦੇ ਵਿੱਚ ਜਿਹੜਾ ਉਹਨਾਂ ਦਾ ਨੇਤਰਤਵ ਸੀਗਾ, ਇੱਕ ਲੀਡਰਸ਼ਿਪ ਬਹੁਤ ਹੀ ਅੱਛੇ, ਮਤਲਬ ਯੋਗ ਨੇਤਾ ਨੇ ਸਾਂਭੀ ਹੋਈ ਸੀ, ਜਿਸ ਵਿੱਚ ਆਪਾਂ ਕਹਿ ਸਕਦੇ ਕਿ ਜੱਸਾ ਸਿੰਘ ਆਹਲੂਵਾਲੀਆ, ਜੋ ਕਿ ਬਹੁਤ ਹੀ ਸਮਝਦਾਰ ਅਤੇ ਇੱਕ ਬਹੁਤ ਹੀ ਵਧੀਆ ਸਿੱਖ ਸਰਦਾਰ ਸੀਗੇ, ਜਿਨ੍ਹਾਂ ਨੇ ਸਿੱਖ ਸੈਨਿਕਾਂ ਨੂੰ ਇੱਕ ਕੁਸ਼ਲਤਾ ਦਾ ਮਾਰਗ ਦਿਖਾਇਆ। ਸੋ ਇੱਕ ਸਹੀ ਯੋਗ ਪ੍ਰਤੀਨਿਧੀ ਨਾ ਹੋਣ ਕਰਕੇ ਅਤੇ ਇੱਕ ਵਧੀਆ ਮਤਲਬ ਕਿ ਕੁਸ਼ਲ ਮਾਰਗ ਜਾਂ ਮਾਰਗਦਰਸ਼ਨ ਨਾ ਹੋਣ ਕਰਕੇ ਵੀ ਅਬਦਾਲੀ ਨੂੰ ਹਾਰ ਸਹਿਣੀ ਪਈ ਆਪਣੇ ਪ੍ਰਤੀਨਿਧੀਆਂ ਦੇ ਕਾਰਨ, ਠੀਕ ਹੈ। ਅਬਦਾਲੀ ਦੀ ਪੰਜਾਬ ਵਿੱਚ ਰੁਚੀ ਨਾ ਹੋਣਾ, ਅਬਦਾਲੀ ਨੂੰ ਇਹ ਥਿੰਕਿੰਗ ਸੀਗੀ ਅਬਦਾਲੀ ਦੀ ਕਿ ਸਿੱਖਾਂ ਨੂੰ ਮੈਂ ਆਪਣੇ ਦਬਦਬੇ ਵਿੱਚ ਜਾਂ ਆਪਣੇ ਕੈਦ ਦੇ ਵਿੱਚ ਮੈਂ ਇਹਨਾਂ ਨੂੰ ਝੱਟ ਤੋਂ ਝੱਟ ਕਰ ਲੈਣਾ ਵਾ, ਮਤਲਬ ਕਿ ਮੈਂ ਇਹਨਾਂ ਨੂੰ ਹਰਾ ਦੇਣਾ ਹਰ ਹਾਲ ਦੇ ਵਿੱਚ। ਪਰ ਉਹ ਭੁੱਲ ਗਿਆ ਕਿ ਇਹ ਉਹ ਕੌਮ ਹੈ ਜਿਨ੍ਹਾਂ ਨੇ ਵੱਧ ਚੜ੍ਹ ਕੇ, ਠੀਕ ਹੈ, ਕੁਰਬਾਨੀਆਂ ਵੀ ਦਿੱਤੀਆਂ ਨੇ ਅਤੇ ਕਾਫੀ ਸਾਰੀ ਮੁਸ਼ਕਿਲ ਜੰਗ ਵੀ ਲੜੀਆਂ ਨੇ। ਅਹਿਮਦ ਸ਼ਾਹ ਅਬਦਾਲੀ ਜੋ ਸੀਗਾ ਪੰਜਾਬ ਵਿੱਚ ਇੱਕ ਸਿੱਧੇ ਤਰੀਕੇ ਦੇ ਨਾਲ ਰਾਜ ਵੀ ਨਹੀਂ ਕਰਨਾ ਚਾਹੁੰਦਾ ਸੀਗਾ, ਉਹ ਸਿਰਫ ਇਸ ਨੂੰ ਇੱਕ ਲੁੱਟ ਮਾਰ ਦਾ ਜ਼ਰੀਆ ਚਾਹੁੰਦਾ ਸੀਗਾ, ਜਦ ਕਿ ਉਹ ਆਪਣੀ ਅਸਲੀ ਜੋ ਰਾਜ ਕਰਨ ਦੀ ਜੋ ਇਹਦੀ ਇੱਛਾ ਸੀਗੀ ਉਹ ਸਿਰਫ ਅਫਗਾਨਿਸਤਾਨ ਦੇ ਵਿੱਚ ਹੀ ਸੀਗੀ, ਠੀਕ ਹੈ। ਜਦੋਂ ਆਪਾਂ ਡਿਟੇਲ ਵਿੱਚ ਜਦੋਂ ਹਮਲਿਆਂ ਦੀ ਗੱਲ ਕਰਦੇ ਹਾਂ ਤਾਂ ਆਪਾਂ ਇਹ ਵੀ ਪੜ੍ਹਨ ਨੂੰ ਦੇਖਦੇ ਹਾਂ ਕਿ ਅਬਦਾਲੀ ਨੇ ਹੁਣ ਆਕਰਮਣ ਕੀਤਾ, ਉਸ ਤੋਂ ਬਾਅਦ ਉਹ ਲਾਹੌਰ ਚਲਾ ਗਿਆ, ਅਫਗਾਨਿਸਤਾਨ ਵਾਪਸ ਚਲਾ ਗਿਆ, ਉਸ ਤੋਂ ਬਾਅਦ ਉਹ ਉੱਥੇ ਚਲਾ ਗਿਆ। ਇਸ ਤਰੀਕੇ ਦੇ ਨਾਲ ਉਹਦੀ ਪੰਜਾਬ ਵਿੱਚ ਸਿੱਧੀ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਉਹਦੀ ਰੁਚੀ ਨਹੀਂ ਸੀਗੀ। ਉਹ ਚਾਹੇ ਤਾਂ ਆਪਣੇ ਦੂਸਰੇ ਤੀਸਰੇ ਦੇ ਵਾਰ ਦੇ ਵਿੱਚ ਵੀ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਆਪਣਾ ਰਾਜ ਕਾਇਮ ਕਰ ਸਕਦਾ ਸੀਗਾ, ਬਟ ਸਿੱਖਾਂ ਨੇ ਉਸਨੂੰ ਆਪਣਾ ਰਾਜ ਕਾਇਮ ਕਰਨ ਦੀ ਉਹਦੀ ਕੋਈ ਵੀ ਜੋ ਕੋਸ਼ਿਸ਼ ਸੀਗੀ ਉਸਨੂੰ ਨਾਕਾਮ ਕੀਤਾ। ਅਤੇ ਸੈਕਿੰਡ ਪੁਆਇੰਟ ਕਿ ਉਹਦੀ ਰੁਚੀ ਵੀ ਨਹੀਂ ਸੀਗੀ, ਠੀਕ ਹੈ। ਸੋ ਇਹ ਉਹਦੀ ਅਸਫਲਤਾ ਦੇ ਮੁੱਖ ਕਾਰਨ ਨੇ, ਠੀਕ ਹੈ, ਜਿਨ੍ਹਾਂ ਵਿੱਚ ਤੁਸੀਂ ਤੁਹਾਨੂੰ ਮਤਲਬ ਪੜ੍ਹ ਕੇ ਯਾਦ ਹੋ ਚੁੱਕੇ ਸੀਗੇ ਕਿ ਸਿੱਖਾਂ ਦਾ ਇੱਕ ਮਜ਼ਬੂਤ ਇਰਾਦਾ, ਉਹਨਾਂ ਦਾ ਧਾਰਮਿਕ ਪੰਥ ਵਿੱਚ ਜੋਸ਼, ਅਬਦਾਲੀ ਦੁਆਰਾ ਬਦਲੇ ਦੀ ਭਾਵਨਾ, ਅਯੋਗ ਪ੍ਰਤੀਨਿਧੀ ਅਤੇ ਪੰਜਾਬ ਵਿੱਚ ਉਹਦੀ ਘੱਟ ਰੁਚੀ ਹੋਣਾ ਅਤੇ ਸਿੱਖਾਂ ਦੀ ਗੁਰੀਲਾ ਯੁੱਧ ਪ੍ਰਣਾਲੀ ਉਹਦੇ 'ਤੇ ਬਹੁਤ ਭਾਰੀ ਪਈ, ਠੀਕ ਹੈ।
ਉਸ ਤੋਂ ਬਾਅਦ ਫਿਰ ਅਬਦਾਲੀ ਦੀ ਸਫਲਤਾ ਦੇ ਕਾਰਨ ਬਹੁਤ ਸਾਰੇ ਨੇ, ਠੀਕ ਹੈ। ਜ਼ਿਮੀਂਦਾਰਾਂ ਦਾ ਸਿੱਖਾਂ ਨੂੰ ਸਹਿਯੋਗ, ਠੀਕ ਹੈ। ਜੋ ਜ਼ਮੀਂਦਾਰ ਵੀ ਸੀਗੇ ਉਹ ਮਤਲਬ ਕਿ ਇਹਨਾਂ ਦੇ ਮੁਸਲਮਾਨਾਂ ਦੇ ਜਾਂ ਅਫਗਾਨਾਂ ਦੇ, ਉਸ ਸਮੇਂ ਅਫਗਾਨਾਂ ਦਾ ਰਾਜ ਸੀਗਾ, ਉਹ ਉਹਨਾਂ ਦੇ ਸ਼ਾਸਨ ਦੇ ਵਿੱਚ ਕਾਫੀ ਅੱਕ ਚੁੱਕੇ ਸੀਗੇ, ਠੀਕ ਹੈ। ਤੇ ਉਹਨਾਂ ਨੇ ਸਿੱਖਾਂ ਦੇ ਨੂੰ ਆਪਣਾ ਭਾਈਚਾਰਾ, ਸਿੱਖਾਂ ਨਾਲ ਆਪਣੀ ਸਾਂਝ ਪਾ ਲਈ, ਤੇ ਸਿੱਖਾਂ ਦੇ ਨਾਲ ਉਹਨਾਂ ਨੇ ਸਹਿਯੋਗ ਕੀਤਾ। ਉਹਨਾਂ ਨੂੰ ਜਦੋਂ ਵੀ ਕੋਈ ਮੁਸੀਬਤ ਦੇ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਸੀਗੀ, ਤੇ ਇਹ ਜਿਹੜੇ ਜ਼ਮੀਂਦਾਰ ਸੀਗੇ ਵੱਧ ਚੜ੍ਹ ਕੇ ਇਹਨਾਂ ਨੂੰ ਸਹਿਯੋਗ ਦਿੰਦੇ ਸੀਗਾ। ਸਿੱਖਾਂ ਦਾ ਜੋ ਚਰਿੱਤਰ ਸੀਗਾ, ਸਿੱਖਾਂ ਦੇ ਜਦੋਂ ਆਪਾਂ ਚਰਿੱਤਰ ਦੀ ਗੱਲ ਕਰਦੇ ਹਾਂ ਤੇ ਉਹਨਾਂ ਵਿੱਚ ਮੇਨ ਇਹ ਸੀਗਾ ਕਿ ਉਹਨਾਂ ਦਾ ਇੱਕ ਪੱਕਾ ਨਿਸ਼ਚੈ ਹੁੰਦਾ ਸੀਗਾ, ਦ੍ਰਿੜ ਨਿਸ਼ਚੈ, ਠੀਕ ਹੈ। ਉਹਨਾਂ ਦੇ ਵਿੱਚ ਸਾਹਸ ਸੀਗੀ, ਵੀਰਤਾ ਸੀਗੀ, ਆਤਮ ਬਲੀਦਾਨ ਸੀਗਾ, ਤੇ ਦੁੱਖਾਂ ਨੂੰ ਸਹਿਣ ਕਰਨ ਦੀ ਅਸੀਮ ਸ਼ਕਤੀ ਸੀਗੀ, ਜਿਹਦੇ ਵਿੱਚ ਕਈਆਂ ਵਾਰੀ ਉਹਨਾਂ ਨੂੰ ਆਪਣੇ ਪਰਾਏ ਵੀ ਖੋਣੇ ਪਏ, ਠੀਕ ਹੈ। ਕਈਆਂ ਵਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ, ਪਰ ਫਿਰ ਵੀ ਉਹ ਆਪਣੇ ਇਰਾਦੇ 'ਤੇ ਡਟੇ ਰਹੇ, ਠੀਕ ਹੈ। ਉਹਨਾਂ ਦਾ ਆਪਣੇ ਪੰਥ ਦੇ ਵਿੱਚ, ਆਪਣੇ ਸਿੱਖ ਗੁਰੂਆਂ ਦੇ ਵਿੱਚ, ਆਪਣੇ ਧਰਮ ਦੇ ਵਿੱਚ ਉਹਨਾਂ ਦੁਆਰਾ ਕੀਤੇ ਗਏ ਬਲੀਦਾਨ ਦੇ ਵਿੱਚ ਅਟੁੱਟ ਵਿਸ਼ਵਾਸ ਸੀਗਾ, ਠੀਕ ਹੈ, ਜੋ ਕਿ ਅਬਦਾਲੀ ਦੇ ਉਹਨਾਂ ਸਾਰੇ ਅਤਿਆਚਾਰਾਂ ਦੇ ਵਿੱਚ ਕਾਫੀ ਭਾਰਾ ਪਿਆ। ਸਿੱਖਾਂ ਦੇ ਕੋਲ ਯੋਗੇ ਨੇਤਾ ਸੀਗਾ, ਜਿਵੇਂ ਕਿ ਜੱਸਾ ਸਿੰਘ ਆਹਲੂਵਾਲੀਆ, ਹਰੀ ਸਿੰਘ ਭੰਗੀ, ਚੜ੍ਹਤ ਸਿੰਘ ਸ਼ੁਕਰਚਕੀਆ, ਜੈ ਸਿੰਘ ਕਨਈਆ ਆਦਿ ਸਿੱਖ ਸਰਦਾਰ ਸੀਗੇ, ਜਿਨ੍ਹਾਂ ਨੇ ਬੜੀ ਕੁਸ਼ਲਤਾ ਦੇ ਨਾਲ ਇਹਨਾਂ ਦਾ ਮਾਰਗਦਰਸ਼ਨ ਕੀਤਾ ਤੇ ਸਿੱਖਾਂ ਨੂੰ ਹਮੇਸ਼ਾ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਰਹੇ, ਠੀਕ ਹੈ। ਅੰਮ੍ਰਿਤਸਰ ਦਾ ਯੋਗਦਾਨ, ਅੰਮ੍ਰਿਤਸਰ ਦਾ ਯੋਗਦਾਨ ਆਪਾਂ ਇਸ ਤਰੀਕੇ ਨਾਲ ਦੇਖ ਸਕਦੇ ਹਾਂ ਕਿ ਸਿੱਖ ਜੋ ਸੀਗੇ ਮਤਲਬ ਕਿ ਸਿੱਖ ਦੇ ਵਿੱਚ ਸਿੱਖਾਂ ਦਾ ਇੱਕ ਧਾਰਮਿਕ ਕੇਂਦਰ ਸੀਗਾ, ਇੱਕ ਧਾਰਮਿਕ ਸਥਾਨ ਸੀਗਾ, ਜੋ ਕਿ ਸਾਨੂੰ ਸਭ ਨੂੰ ਪਤਾ ਹਰਿਮੰਦਰ ਸਾਹਿਬ। ਉਹ ਹਰਿਮੰਦਰ ਸਾਹਿਬ ਨੂੰ ਮੱਕਾ ਮਦੀਨਾ ਵਾਂਗੂ ਹੀ ਸਮਝਦੇ ਨੇ, ਜਿੱਦਾਂ ਮੁਸਲਮਾਨ ਮੱਕਾ ਮਦੀਨਾ ਨੂੰ ਸਮਝਦੇ ਨੇ, ਉਸੇ ਲਈ ਸਿੱਖਾਂ ਲਈ ਹਰਿਮੰਦਰ ਸਾਹਿਬ ਹੈ, ਠੀਕ ਹੈ। ਸਿੱਖਾਂ ਦੇ ਵਿੱਚ ਕੌਮੀ ਏਕਤਾ ਤਥਾ ਸੁਤੰਤਰਤਾ ਬਹੁਤ ਜ਼ਿਆਦਾ ਸੀਗੀ, ਠੀਕ ਹੈ। ਉਹਨਾਂ ਨੂੰ ਆਪਣੀ ਹਰਿਮੰਦਰ ਸਾਹਿਬ ਦੇ ਨਾਲ ਇੰਨਾ ਜ਼ਿਆਦਾ ਲਗਾਵ ਸੀਗਾ ਕਿ ਉਹ ਇਹਦੀ ਰਕਸ਼ਾ ਲਈ ਪ੍ਰਾਣ ਦੇਣਾ ਵੀ ਆਪਣਾ ਗੌਰਵ ਸਮਝਦੇ ਸੀਗੇ, ਠੀਕ ਹੈ। ਸੋ ਇਹਦੇ ਵਿੱਚ ਅਕਾਲ ਤਖਤ ਦੇ ਸਾਹਮਣੇ ਸਰਬੱਤ ਖਾਲਸਾ ਦਾ ਸੰਮੇਲਨ ਬੁਲਾਇਆ ਜਾਂਦਾ ਸੀਗਾ, ਠੀਕ ਹੈ, ਜਿਸ ਦੇ ਅਹਿਮਦ ਸ਼ਾਹ ਅਬਦਾਲੀ ਦੇ ਵਿਰੁੱਧ ਰਣਨੀਤੀ ਤਿਆਰ ਕੀਤੀ ਜਾਂਦੀ ਸੀਗੀ, ਠੀਕ ਹੈ। ਜੋ ਵੀ ਫੈਸਲਾ ਹੁੰਦਾ ਸੀਗਾ ਉਹਨੂੰ ਗੁਰਮਤਾ ਸਮਝ ਕੇ ਸਾਰੇ ਸਿੱਖਾਂ ਦੇ ਵਿੱਚ ਲਾਗੂ ਕੀਤਾ ਜਾਂਦਾ ਸੀਗਾ, ਤੇ ਇਸ ਗੁਰਮਤਾ ਨੂੰ ਮੰਨਣਾ, ਇਸ ਗੁਰਮਤਾ ਦੀ ਰਕਸ਼ਾ ਕਰਨਾ, ਠੀਕ ਹੈ, ਆਪਣਾ ਪਵਿੱਤਰ ਕਰਤੱਵ ਸਮਝਦੇ ਸੀਗੇ। ਅਹਿਮਦ ਸ਼ਾਹ ਅਬਦਾਲੀ ਨੇ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਖਤਮ ਕਰਨ ਦਾ, ਉਹਦੀ ਬੇਅਦਬੀ ਕਰਨ ਦਾ ਬਹੁਤ ਹੀ ਘਟੀਆ ਕੰਮ ਕੀਤਾ ਉਹਨੇ, ਕਿ ਉਸਨੇ ਪਵਿੱਤਰ ਸਰੋਵਰ ਨੂੰ ਗੰਦਗੀ ਦੇ ਨਾਲ ਭਰ ਦਿੱਤਾ। ਹਰਿਮੰਦਰ ਸਾਹਿਬ ਦੀ ਇਸ ਨਿਰਾਦਰੀ, ਇਸ ਬੇਅਦਬੀ ਦੇ ਕਾਰਨ ਸਿੱਖਾਂ ਨੇ ਆਪਣੀ ਪੂਰੀ ਸ਼ਕਤੀ ਦੇ ਨਾਲ ਅਹਿਮਦ ਸ਼ਾਹ ਅਬਦਾਲੀ 'ਤੇ ਹਮਲਾ ਕੀਤਾ, ਤੇ ਪਰਿਣਾਮ ਸਰੂਪ ਉਹ ਇੱਥੇ ਟਿਕ ਨਹੀਂ ਸਕਿਆ। ਇਹ ਸੀਗਾ ਅੰਮ੍ਰਿਤਸਰ ਦਾ ਯੋਗਦਾਨ, ਕਿ ਉਹਨਾਂ ਦਾ ਇੰਨਾ ਅਟੁੱਟ ਅਥਾਹ ਵਿਸ਼ਵਾਸ ਸੀਗਾ ਆਪਣੇ ਹਰਿਮੰਦਰ ਸਾਹਿਬ ਦੇ ਵਿੱਚ, ਆਪਣੇ ਪੰਥ ਦੇ ਵਿੱਚ, ਆਪਣੀ ਕੌਮੀ ਏਕਤਾ ਦੇ ਵਿੱਚ। ਅਬਦਾਲੀ ਦੀ ਕਮਜ਼ੋਰ ਆਰਥਿਕ ਹਾਲਤ, ਇੰਨੇ ਸਾਰੇ ਆਕਰਮਣ ਹੋਣ ਦੇ ਬਾਵਜੂਦ, ਇੰਨੇ ਸਾਰੇ ਹਮਲੇ ਕਰਨ ਦੇ ਬਾਵਜੂਦ ਵੀ ਅਹਿਮਦ ਸ਼ਾਹ ਅਬਦਾਲੀ ਕਾਫੀ ਸਾਰੇ ਹਮਲੇ ਕਰਨ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਨੂੰ ਕਾਫੀ ਆਰਥਿਕ ਹਾਲਾਤ ਜਿਹੜੀ ਝੇਲਣੀ ਪਈ, ਕਿਉਂਕਿ ਕਾਫੀ ਸਾਰੇ ਜੋ ਸੀਗੇ ਹਮਲੇ ਕਰਨ ਦੇ ਨਾਲ ਉਹਦੀ ਆਰਥਿਕ ਹਾਲਤ ਕਮਜ਼ੋਰ ਹੋ ਚੁੱਕੀ ਸੀਗੀ, ਠੀਕ ਹੈ, ਪਰ ਉਹ ਸਿੱਖਾਂ ਦੀ ਸ਼ਕਤੀ ਨੂੰ ਦਬਾ ਨਹੀਂ ਸਕਿਆ। ਅਫਗਾਨਿਸਤਾਨ ਦੇ ਵਿੱਚ ਵਿਦਰੋਹ, ਇਹ ਸਭ ਤੋਂ ਮੇਨ ਕਾਰਨ ਹੈ ਅਬਦਾਲੀ ਦੀ ਅਸਫਲਤਾ ਦਾ ਕਾਰਨ, ਕਿਉਂਕਿ ਉਹ ਜਦੋਂ ਵੀ ਸਿੱਖਾਂ ਦੀ ਸ਼ਕਤੀ ਨੂੰ ਦਬਾਉਣ ਲਈ ਪੰਜਾਬ ਜਾਂ ਲਾਹੌਰ ਵਿੱਚ ਜਾਂਦਾ ਸੀਗਾ, ਦੂਸਰੇ ਹੀ ਸਮੇਂ ਅਫਗਾਨਿਸਤਾਨ ਦੇ ਵਿੱਚ ਜੋ ਦੂਸਰੇ ਪ੍ਰਦੇਸ਼ ਦੇ ਰਾਜਾ ਸੀਗੇ, ਉਹ ਉਸਦੇ ਅਫਗਾਨਿਸਤਾਨ ਦੇ ਵਿੱਚ ਆ ਕੇ ਬਹੁਤ ਭਿਅੰਕਰ ਵਿਦਰੋਹ ਕਰਦੇ ਸੀਗੇ, ਠੀਕ ਹੈ। ਉਹਨਾਂ ਵਿਦਰੋਹਾਂ ਨੂੰ ਦਬਾਉਣ ਲਈ ਉਹ ਮੁੜ ਫਿਰ ਪੰਜਾਬ ਆਉਂਦਾ ਸੀਗਾ। ਉਸੇ ਵਕਤ ਸਿੱਖ ਆਪਣੀ ਸ਼ਕਤੀ ਨੂੰ ਪੂਰਾ ਵਧੀਆ ਤਰੀਕੇ ਨਾਲ, ਆਪਣੀ ਸ਼ਕਤੀ ਨੂੰ ਮਤਲਬ ਕਿ ਆਪਣੇ ਆਪ ਨੂੰ ਪ੍ਰਿਪੇਅਰ ਕਰ ਦਿੰਦੇ ਸੀਗੇ। ਦੋਨਾਂ ਪਾਸਿਓਂ ਪੰਜਾਬ ਤੇ ਅਫਗਾਨਿਸਤਾਨ ਤੋਂ ਇੰਨੀ ਬੁਰੀ ਤਰੀਕੇ ਨਾਲ ਉਹਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਸੀਗਾ, ਠੀਕ ਹੈ, ਕਿਉਂਕਿ ਨਾ ਤਾਂ ਉਹ ਅਫਗਾਨਿਸਤਾਨ ਵਿੱਚ ਰਾਜ ਕਰਦਾ ਪਿਆ ਸੀਗਾ, ਤੇ ਨਾ ਹੀ ਉਹ ਪੰਜਾਬ ਵਿੱਚ ਚੰਗੀ ਤਰ੍ਹਾਂ ਰਾਜ ਕਰ ਪਾਉਂਦਾ ਸੀਗਾ। ਜਦੋਂ ਉਹ ਪੰਜਾਬ ਵਿੱਚ ਆਉਂਦਾ ਸੀਗਾ ਤੇ ਅਫਗਾਨਿਸਤਾਨ ਦੇ ਵਿੱਚ ਜਿਹੜੇ ਦੂਸਰੇ ਪ੍ਰਦੇਸ਼ ਦੇ ਲੋਕ ਹੁੰਦੇ ਸੀਗੇ, ਉਹ ਆ ਕੇ ਉਹਦੇ ਸ਼ਹਿਰ ਵਿੱਚ ਆ ਕੇ ਯੁੱਧ ਕਰਦੇ ਸੀ, ਤੇ ਜਦੋਂ ਉਹ ਪੰਜਾਬ ਵਿੱਚ ਹੁੰਦਾ ਸੀਗਾ, ਤੇ ਜਦੋਂ ਅਫਗਾਨਿਸਤਾਨ ਚਲ ਜਾਂਦਾ ਸੀਗਾ, ਤੇ ਉਸ ਤੋਂ ਬਾਅਦ ਸਿੱਖ ਆਪਣੇ ਆਪ ਨੂੰ ਮੁੜ ਇਕੱਤਰਿਤ ਕਰ ਦਿੰਦੇ ਸੀਗੇ ਉਸ ਦੇ ਵਿਰੁੱਧ ਸਾਹਮਣਾ ਕਰਨ ਲਈ, ਠੀਕ ਹੈ। ਹਮਲਿਆਂ ਦੇ ਰਾਜਨੀਤਿਕ ਪ੍ਰਭਾਵ ਕੀ ਨੇ? ਪੰਜਾਬ ਵਿੱਚ ਮੁਗਲ ਰਾਜ ਦਾ ਅੰਤ ਹੋ ਗਿਆ, ਪਰ ਪੰਜਾਬ ਦੇ ਵਿੱਚ ਮਰਾਠਾ ਸ਼ਕਤੀ ਦਾ ਵੀ ਅੰਤ ਹੋ ਗਿਆ, ਕਿਉਂਕਿ ਮਰਾਠਾ ਸ਼ਕਤੀ ਦੀ ਆਖਰੀ ਵਾਰ ਲੜਾਈ ਅਬਦਾਲੀ ਦੇ ਨਾਲ ਹੁੰਦੀ ਹੈ, ਜਿਸ ਵਿੱਚ ਉਹਨਾਂ ਦਾ ਨੇਤਾ ਜੋ ਸੀਗਾ ਸ਼ਿਵ ਰਾਵ, ਇੱਦਾਂ ਕਰਕੇ ਉਸ ਰਾਜੇ ਦਾ ਨਾਮ ਸੀਗਾ ਮਰਾਠਾ ਸੈਨਿਕ ਦਾ, ਉਹ ਮਰ ਜਾਂਦਾ ਸੀਗਾ। ਸਿੱਖ ਸ਼ਕਤੀ ਦਾ ਉਭਾਰ, ਜਿਉਂ-ਜਿਉਂ ਕਰਕੇ ਉਹਨੇ 8 ਹਮਲੇ ਲਗਾਤਾਰ ਕੀਤੇ ਅਹਿਮਦ ਸ਼ਾਹ ਅਬਦਾਲੀ ਨੇ, ਪਰ ਫਿਰ ਵੀ ਸਿੱਖਾਂ ਦੀ ਸ਼ਕਤੀ ਜੋ ਸੀਗੀ
ਕਿਸੇ ਵੀ ਕਦਮ ਤੇ ਡਗਮਗਾ ਨਹੀਂ ਪਾਈ। ਪੰਜਾਬ ਵਿੱਚ ਅਰਾਜਕਤਾ। ਬੇਸ਼ੱਕ ਕਾਫੀ ਸਾਰੇ ਇੰਨੇ ਹਮਲੇ ਹੁੰਦੇ ਰਹੇ, ਪਰ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਵੱਧਦਾ ਹੀ ਗਿਆ, ਬਿਲਕੁਲ ਉਸੇ ਤਰ੍ਹਾਂ ਹੀ ਬਰਕਰਾਰ ਰਿਹਾ। ਠੀਕ ਹੈ, ਕਿਉਂਕਿ ਨਾ ਤੇ ਚੰਗੀ ਤਰ੍ਹਾਂ ਸਿੱਖ ਜਿੱਤ ਪਾ ਰਹੇ ਸੀਗੇ ਤੇ ਨਾ ਹੀ ਅਹਿਮਦ ਸ਼ਾਹ ਅਬਦਾਲੀ ਆਪਣੇ ਹਮਲਿਆਂ ਤੋਂ ਰੁਕਦਾ ਪਿਆ ਸੀਗਾ। ਠੀਕ ਹੈ, ਤਾਂ ਪੰਜਾਬ ਵਿੱਚ ਅਰਾਜਕਤਾ ਪੂਰੀ ਤਰ੍ਹਾਂ ਫੈਲ ਚੁੱਕੀ ਸੀਗੀ। ਠੀਕ ਹੈ, ਅਬਦਾਲੀ ਦੇ ਹਮਲਿਆਂ ਦੇ ਸਮਾਜਿਕ ਪ੍ਰਭਾਵ ਕੀ ਪਏ? ਸਮਾਜਿਕ ਬੁਰਾਈਆਂ ਵਿੱਚ ਵਾਧਾ ਹੋਣਾ ਬਿਲਕੁਲ ਲਾਜ਼ਮੀ ਸੀਗਾ। ਪੰਜਾਬ ਦੇ ਲੋਕਾਂ ਦਾ ਬਹਾਦਰ ਹੋਣਾ, ਕਾਫੀ ਸਾਰੇ ਦੁੱਖਾਂ ਕਠਿਨਾਈਆਂ ਨੂੰ ਸਹਿ ਕੇ ਪੰਜਾਬ ਦੇ ਜਿਹੜੇ ਲੋਕ ਸੀਗੇ ਬਹਾਦਰ ਹੋ ਚੁੱਕੇ ਸੀਗੇ। ਪੰਜਾਬੀਆਂ ਦਾ ਖਰਚੀਲਾ ਸੁਭਾਅ, ਠੀਕ ਹੈ, ਸਿੱਖਾਂ ਅਤੇ ਮੁਸਲਮਾਨਾਂ ਦੀ ਦੁਸ਼ਮਣੀ ਵਿੱਚ ਵਾਧਾ ਹੋ ਜਾਣਾ। ਠੀਕ ਹੈ, ਪੰਜਾਬ ਦਾ ਖਰਚੀਲਾ ਸੁਭਾਅ, ਕਿਉਂਕਿ ਹਰ ਆਏ ਦਿਨ ਉਹਨਾਂ ਨੂੰ ਕਾਫੀ ਸਾਰੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਠੀਕ ਹੈ, ਸੋ ਉਸ ਸਮੇਂ ਦੇ ਵਿੱਚ ਇੱਕ ਬਹੁਤ ਹੀ ਤੁਕ ਜਿਹੜੀ ਸੀਗੀ ਉਸ ਸਮੇਂ ਪ੍ਰਚਲਿਤ ਸੀਗੀ ਕਿ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਠੀਕ ਹੈ, ਕਿ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਇਸ ਤੁਕ ਦਾ ਮਤਲਬ ਇਹ ਸੀਗਾ ਕਿ ਜੋ ਆਪਾਂ ਨੇ ਮਤਲਬ ਕਿ ਜੋ ਸੀਗਾ ਉਸ ਟਾਈਮ 'ਤੇ ਆਪਣਾ ਖਾਣ ਪੀਣ 'ਤੇ ਆਪਣੇ ਹਥਿਆਰ ਵਗੈਰਾ 'ਤੇ ਖਰਚ ਕਰਦੇ ਸੀਗੇ, ਕਿਉਂਕਿ ਹਰ ਵਕਤ ਉਹ ਲੜਾਈਆਂ ਵਿੱਚ ਚਲ ਜਾਂਦੇ ਸੀਗੇ। ਸੋ ਜੋ ਅਫਗਾਨਿਸਤਾਨ ਸੈਨਾ ਆ ਕੇ ਉਹਨਾਂ ਨਾਲ ਜਦੋਂ ਲੜਦੀ ਸੀਗੀ ਤਾਂ ਉਹ ਇਹਨਾਂ ਦਾ ਸਾਰਾ ਲੁੱਟ ਮਾਰ ਕੇ ਉਹ ਆਪਣੇ ਕੋਲ ਲੈ ਜਾਂਦੀ ਸੀਗੀ। ਇਸ ਕਰਕੇ ਇਹ ਤੁਕ ਉਸ ਟਾਈਮ ਬਹੁਤ ਜ਼ਿਆਦਾ ਪ੍ਰਚਲਿਤ ਸੀਗੀ ਕਿ ਖਾਧਾ ਪੀਤਾ ਲਾਹੇ ਦਾ ਰਹਿੰਦਾ ਅਹਿਮਦ ਸ਼ਾਹੇ ਦਾ। ਆਰਥਿਕ ਅਤੇ ਸਾਂਸਕ੍ਰਿਤਿਕ ਪ੍ਰਭਾਵ ਵੀ ਬਹੁਤ ਸਾਰੇ ਪਏ, ਕਿਉਂਕਿ ਪੰਜਾਬ ਦੀ ਜਿਹੜੀ ਆਰਥਿਕ ਬਰਬਾਦੀ ਬਹੁਤ ਸਾਰੀ ਖਤਮ ਮਤਲਬ ਕਿ ਅੰਤ ਦੇ ਨੇੜੇ ਵਿੱਚ ਆ ਚੁੱਕੀ ਸੀਗੀ ਇਹਨਾਂ ਸਾਰੇ ਖਤਰਨਾਕ ਹਮਲਿਆਂ ਕਰਕੇ। ਕਲਾ ਅਤੇ ਸਾਹਿਤ ਨੂੰ ਭਾਰੀ ਧੱਕਾ। ਜੋ ਵੀ ਉਸ ਟਾਈਮ 'ਤੇ ਕਲਾ ਜਾਂ ਸਾਹਿਤ ਨੂੰ ਕਿਸੇ ਨੇ ਲਿਖਣ ਦੀ ਕੋਸ਼ਿਸ਼ ਵੀ ਕੀਤੀ ਹੋਣੀ ਆ, ਇੱਦਾਂ ਦੇ ਯੁੱਧ ਦੇ ਮਾਹੌਲ ਦੇ ਸਮੇਂ, ਇੱਦਾਂ ਦੇ ਖਤਰਨਾਕ ਮਾਹੌਲ ਦੇ ਸਮੇਂ ਕੋਈ ਵੀ ਕਲਾ ਅਤੇ ਸਾਹਿਤ ਨੂੰ ਸਮਾਂ ਨਹੀਂ ਦੇ ਸਕਿਆ। ਠੀਕ ਹੈ, ਪਾਣੀਪਤ ਦੀ ਤੀਸਰੀ ਲੜਾਈ ਜੋ ਕਿ 14 ਜਨਵਰੀ 1761 ਈਸਵੀ ਨੂੰ ਹੋਈ ਮਰਾਠੇ ਤੇ ਅਹਿਮਦ ਸ਼ਾਹ ਅਬਦਾਲੀ ਦੇ ਕਾਰਨ। ਠੀਕ ਹੈ, ਕਾਰਨ ਕੀ ਸੀਗਾ? ਮਰਾਠਿਆਂ ਦੁਆਰਾ ਰੁਹੇਲਖੰਡ ਦੀ ਲੁੱਟਮਾਰ, ਮਰਾਠਿਆਂ ਦੁਆਰਾ ਹਿੰਦੂ ਰਾਜ ਸਥਾਪਿਤ ਕਰਨ ਦੀ ਨੀਤੀ, ਹਿੰਦੂਆਂ ਵਿੱਚ ਏਕਤਾ ਦੀ ਕਮੀ, ਮਰਾਠਿਆਂ ਦਾ ਦਿੱਲੀ ਅਤੇ ਪੰਜਾਬ 'ਤੇ ਕਬਜ਼ਾ। ਇਹ ਸੀਗਾ ਪਾਣੀਪਤ ਦੀ ਲੜਾਈ ਦੀ ਤੀਸਰੀ ਲੜਾਈ ਦੇ ਕਾਰਨ। ਇਹਨੂੰ ਤੁਸੀਂ ਜੇਕਰ ਡਿਟੇਲ ਵਿੱਚ ਜਾਣਨਾ ਚਾਹੁੰਦੇ ਹੋ ਸੋ ਤੁਸੀਂ ਮੇਰੀ ਪ੍ਰੀਵੀਅਸ ਵੀਡੀਓ ਸੁਣ ਸਕਦੇ ਹੋ। ਠੀਕ ਹੈ, ਕਿਉਂਕਿ ਜੇਕਰ ਮੈਂ ਇਸ ਵਾਲੀ ਵੀਡੀਓ 'ਚ ਡਿਟੇਲ ਵਿੱਚ ਦੱਸਿਆ ਤਾਂ ਵੀਡੀਓ ਆਲਰੇਡੀ ਕਾਫੀ ਲੰਬੀ ਹੋ ਰਹੀ ਹੈ, ਸੋ ਮੈਂ ਇਸ ਨੂੰ ਡਿਟੇਲ ਵਿੱਚ ਤੁਹਾਨੂੰ ਨਹੀਂ ਦੱਸੂੰਗੀ। ਸੋ ਅੱਗੇ ਆਪਾਂ ਵੱਧਦੇ ਹਾਂ ਸਿੱਟੇ ਦੇ ਵਿੱਚ। ਮਰਾਠਿਆਂ ਦਾ ਘੋਰ ਵਿਨਾਸ਼ ਹੋ ਗਿਆ। ਮਰਾਠੇ ਦੀ ਸ਼ਕਤੀ ਅਤੇ ਪ੍ਰਤਿਸ਼ਠਤਾ ਨੂੰ ਗਹਿਰਾ ਧੱਕਾ ਲੱਗਾ। ਮਰਾਠੇ ਦੀ ਏਕਤਾ ਖਤਮ ਹੋ ਗਈ। ਪੰਜਾਬ ਵਿੱਚ ਸਿੱਖਾਂ ਦੀ ਜੋ ਸ਼ਕਤੀ ਸੀਗੀ ਉਹ ਉੱਭਰ ਕੇ ਆਈ। ਪੰਜਾਬ ਵਿੱਚ ਅੰਗਰੇਜ਼ਾਂ ਦੀ ਸ਼ਕਤੀ ਦਾ ਵੀ ਉੱਭਰ ਕੇ ਹੋਇਆ, ਕਿਉਂਕਿ ਇੱਕ ਪਾਸੇ ਜਿੱਥੇ ਅਫਗਾਨਿਸਤਾਨ ਮਤਲਬ ਕਿ ਅਫਗਾਨਿਸਤਾਨ ਦਾ ਜੋ ਨੇਤਾ ਸੀਗਾ ਅਹਿਮਦ ਸ਼ਾਹ ਅਬਦਾਲੀ, ਉਹ ਨਿਰਾਸ਼ ਹੋ ਕੇ ਚਲਾ ਗਿਆ ਸੀਗਾ। ਦੂਜੇ ਹੀ ਪਾਸੇ ਸਿੱਖ ਨੂੰ ਪਤਾ ਵੀ ਨਹੀਂ ਸੀ ਹੋਣਾ ਕਿ ਸਾਨੂੰ ਇੱਕ ਹੋਰ ਵੱਡੇ ਹਮਲੇ ਲਈ ਤਿਆਰ ਹੋਣਾ ਪੈਣਾ ਹੈ, ਜੋ ਕਿ ਸੀਗੀ ਅੰਗਰੇਜ਼ਾਂ ਦੀ ਸ਼ਕਤੀ। ਠੀਕ ਹੈ, ਅੰਗਰੇਜ਼ ਵੀ ਉਸ ਸਮੇਂ ਆਪਣੀ ਤਿਆਰੀ ਕਰਦੇ ਪਏ ਸੀਗੇ, ਜੋ ਕਿ ਆਪਾਂ ਆਉਣ ਵਾਲੇ ਚੈਪਟਰ ਦੇ ਵਿੱਚ ਅੱਗੇ ਪੜਾਂਗੇ। ਠੀਕ ਹੈ, ਸੋ ਇਹ ਸਾਰੇ ਪੁਆਇੰਟ ਸੀਗੇ, ਤੁਸੀਂ ਇਹਨਾਂ ਪੁਆਇੰਟਸ ਨੂੰ ਯਾਦ ਕਰਕੇ ਆਪਣਾ ਕੁਐਸਚਨ ਪੂਰਾ ਲਿਖ ਸਕਦੇ ਹੋ ਡਿਟੇਲ ਦੇ ਵਿੱਚ। ਮਰਾਠਿਆਂ ਦੇ ਹਾਰ ਦੇ ਕਾਰਨ। ਅਫਗਾਨਿਸਤਾਨ ਦੀ ਇੰਨੀ ਸ਼ਕਤੀਸ਼ਾਲੀ ਸੈਨਾ, ਅਹਿਮਦ ਸ਼ਾਹ ਅਬਦਾਲੀ ਦੀ ਯੋਗ ਅਗਵਾਈ, ਮਰਾਠਿਆਂ ਦੀ ਲੁੱਟਮਾਰ ਦੀ ਨੀਤੀ, ਮਰਾਠਿਆਂ ਵਿੱਚ ਏਕਤਾ ਦੀ ਕਮੀ, ਛਾਪਾਮਾਰ ਯੁੱਧ ਪ੍ਰਣਾਲੀ ਦਾ ਤਿਆਗ ਕਰ ਦੇਣਾ, ਮੁਸਲਿਮ ਰਿਆਸਤਾਂ ਦੁਆਰਾ ਅਬਦਾਲੀ ਨੂੰ ਸਹਿਯੋਗ, ਮਰਾਠਿਆਂ ਦੁਆਰਾ ਆਰਥਿਕ ਔਂਕੜਾਂ, ਮਲਹਾਰ ਰਾਓ ਹੋਲਕਰ ਦਾ ਵਿਸ਼ਵਾਸਘਾਤ, ਸਦਾਸ਼ਿਵ ਰਾਓ ਭਾਊ ਦੀ ਭਿਅੰਕਰ ਭੁੱਲ। ਠੀਕ ਹੈ, ਇਹ ਮਰਾਠਿਆਂ ਦੇ ਹਾਰ ਦੇ ਕਾਰਨ ਸੀਗੇ, ਜੋ ਕਿ ਪਾਣੀਪਤ ਦੀ ਤੀਸਰੀ ਲੜਾਈ ਦੇ ਹਾਰ ਦਾ ਕਾਰਨ ਬਣੇ। ਠੀਕ ਹੈ, ਸੋ ਅੱਗੇ ਕੁਐਸਚਨ ਆ ਜਾਂਦੇ ਨੇ। ਸੋ ਆਈ ਹੋਪ ਕਿ ਤੁਹਾਨੂੰ ਲੈਕਚਰ ਅੱਛੀ ਤਰ੍ਹਾਂ ਸਮਝ ਆ ਚੁੱਕਿਆ ਹੋਏਗਾ। ਸੋ ਜੇਕਰ ਅੱਛਾ ਲੱਗਿਆ ਤਾਂ ਪਲੀਜ਼ ਲਾਈਕ ਜ਼ਰੂਰ ਕਰਨਾ, ਅਤੇ ਹੋ ਸਕੇ ਤਾਂ ਆਪਣੀ ਸਟੂਡੈਂਟਸ ਜਾਂ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰਨਾ। ਸੋ ਥੈਂਕਸ ਫॉर ਵਾਚਿੰਗ, ਬਾਏ ਬਾਏ ਐਂਡ ਟੇਕ ਕੇਅਰ।